ਫਰੀਦਕੋਟ ਦੇ ਵਿੱਚ ਬਾਬਾ ਫਰੀਦ ਸਾਹਿਬ ਦਾ ਸਾਲਾਨਾ ਜਿਹੜਾ ਕਿ ਮੇਲਾ ਚੱਲ ਰਿਹਾ। ਇਸ ਮੇਲੇ ਦੇ ਵਿੱਚ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਕੁਝ ਲੇਖਕਾਂ ਨੂੰ, ਸਾਹਿਤਕਾਰਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਕਿ ਸਨਮਾਨਿਤ ਕੀਤਾ ਜਾਂਦਾ। ਸਾਡੇ ਨਾਲ ਪੂਰੀ ਦੀ ਪੂਰੀ ਟੀਮ ਹੈ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੀ। ਅਸੀਂ ਉਹਨਾਂ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਜਿਹੜੇ ਕਿ ਇਸ ਸੰਸਥਾ ਦੇ ਮੁੱਖ ਸੇਵਾਦਾਰ ਆਗੂ ਆ, ਪ੍ਰਧਾਨ ਕਮਰਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਵੀਰ ਜੀ, ਸਭ ਤੋਂ ਪਹਿਲਾਂ ਇਹ ਦੱਸੋ, ਬਾਬਾ ਫਰੀਦ ਸਾਹਿਬ ਦਾ ਮੇਲਾ ਹੈਗਾ, ਹਰ ਸਾਲ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਜਿਹੜੀ ਹੈ ਕੁਝ ਵਿਸ਼ੇਸ਼ ਤੌਰ ਤੇ ਜਿਹੜੇ ਸਨਮਾਨ ਕਰਦੀ ਹੈ, ਤਾਂ ਇਹ ਇਸ ਵਾਰ ਕਿੰਨਵਾਂ ਸਨਮਾਨ ਸਮਾਰੋਹ ਸੀ ਔਰ ਕਿਸ ਤਰੀਕੇ ਦੇ ਨਾਲ ਚੋਣ ਕੀਤੀ ਜਾਂਦੀ ਹੈ ਔਰ ਕਿੱਦਾਂ ਇਹ ਸ਼ੁਰੂ ਹੋਇਆ? ਇਹ ਸਾਡਾ ਸਭ ਤੋਂ ਜਿਹੜਾ 2017 ਦੇ ਵਿੱਚ ਸਫ਼ਰ ਅਸੀਂ ਸ਼ੁਰੂ ਕੀਤਾ ਸੀਗਾ, ਇਹ ਸਾਡਾ ਤੀਜਾ ਸਨਮਾਨ ਸਮਾਗਮ ਹੈ। ਇਹ ਤੋਂ ਪਹਿਲਾਂ ਅਸੀਂ ਇੱਕ ਸਨਮਾਨ ਬਾਬਾ ਫਰੀਦ ਸਾਹਿਬ ਸਨਮਾਨ 2018 'ਚ ਦੇ ਚੁੱਕੇ ਹਾਂ। ਮਨਮੋਹਨ ਸਿੰਘ ਦਾਊ ਜੀ ਦੀ ਕਿਤਾਬ ਉਦੋਂ ਚੁਣੀ ਗਈ ਸੀਗੀ, ਪੰਛੀ ਬਿਰਖ ਹਿਸਾਬੜਾ। 2019 ਦੇ ਵਿੱਚ ਅਸੀਂ ਮਾਂ ਬੋਲੀ ਦੇ ਸੇਵਾਦਾਰ ਦੇ ਤੌਰ 'ਤੇ ਜਗਤਾਰ ਸਿੰਘ ਸੋਖੀ ਹੋਰਾਂ ਨੂੰ ਬਾਬਾ ਫਰੀਦ ਮਾਂ ਬੋਲੀ ਸਨਮਾਨ ਦਿੱਤਾ ਸੀ। 2020 ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਹੋ ਸਕੇ ਕੋਵਿਡ ਕਰਕੇ। 2021 ਦੇ ਵਿੱਚ ਜਿਹੜੇ ਅਸੀਂ ਇਸ ਵਾਰੀ 2 ਕਿਤਾਬਾਂ ਦੀ ਚੋਣ ਕੀਤੀ ਸੀ। ਇੱਕ ਤੇ ਨਾਵਲ ਹੈ ਕੀ ਜਾਣਾ ਮੈਂ ਕੌਣ, ਜਿਹੜਾ ਕਿ ਹਰਪਿੰਦਰ ਰਾਣਾ ਦੀ ਰਚਨਾ। ਦੂਜਾ ਕਵਿਤਾ ਦੀ ਕਿਤਾਬ ਹੈ ਧੂਫ, ਜਿਹਦੇ ਕਵੀ ਸ਼ਮੀਲ ਜੀ ਦੀ ਰਚਨਾ, ਉਹ ਕਵੀ ਸ਼ਮੀਲ ਜੀ ਦੀ ਰਚਨਾ ਧੂਫ। ਅਤੇ ਇਹ ਜਿਹੜਾ ਸਨਮਾਨ ਹੈ, ਇਹਦੇ ਬਾਰੇ ਸਾਡਾ ਜਿਹੜਾ ਵੀ ਅਸੀਂ ਜਿਹੜਾ ਰਚਨਾ ਕਰਨ ਵਾਲਾ ਬੰਦਾ ਲਿਖਾਰੀ ਆ, ਉਹ ਸਾਡੇ ਧਿਆਨ 'ਚ ਨਹੀਂ ਹੁੰਦਾ ਗਾ। ਜਦੋਂ ਅਸੀਂ ਸਨਮਾਨ ਲਈ ਚੁਣਦੇ ਹਾਂ, ਅਸੀਂ ਕਿਤਾਬ ਚੁਣਦੇ ਹਾਂ, ਉਹ ਕਿਤਾਬ ਦੀ ਜਿਹੜੀ ਮੈਲਟ ਆ ਉਹਦੀ ਪਰਖ ਹੀ ਕਰਦੇ ਹਾਂ। ਅਸੀਂ ਜਿਹੜਾ ਕਵੀ ਆ ਜਾਂ ਲਿਖਾਰੀ ਆ, ਨਾਵਲਕਾਰ ਆ, ਕਹਾਣੀਕਾਰ ਆ, ਜੋ ਵੀ ਉਹਨੇ ਜੋ ਪਹਿਲਾਂ ਜੋ ਰਚਨਾ ਦਿੱਤੀਆਂ ਨੇ, ਉਹ ਹੋ ਸਕਦਾ ਉਹਨੇ ਬਹੁਤ ਵੱਡੀਆਂ ਰਚਨਾਵਾਂ ਦਿੱਤੀਆਂ ਹੋਣ ਪਹਿਲਾਂ, ਜਾਂ ਕਿਵੇਂ ਦੀ ਰਚਨਾ ਲਿਖੀ ਆ, ਉਹ ਸਾਡੇ ਫੋਕਸ 'ਚ ਇੰਨੀ ਨਹੀਂ ਹੁੰਦੀ। ਸਾਡਾ ਤਾਂ ਧਿਆਨ ਦਾ ਕੇਂਦਰ ਜਿਹੜੀ ਕਿਤਾਬ ਸਾਡੇ ਕੋਲ ਐਂਟਰੀ ਆਉਂਦੀ ਆ, ਜਿਹੜੀ ਕਿਤਾਬ ਸਾਡੇ ਕੋਲ ਨਾਮਜ਼ਦ ਹੁੰਦੀ ਆ, ਪਿਛਲੇ 2 ਸਾਲਾਂ ਹੀ ਛਪੀਆਂ ਅਸੀਂ ਕਿਤਾਬਾਂ ਮੰਗਦੇ ਹਾਂ, ਉਹਨਾਂ ਵਿੱਚੋਂ ਉਹ ਅਸੀਂ ਕਿਤਾਬ ਦੇ ਮੈਰਿਟ ਦੇਖ ਕੇ ਫੈਸਲਾ ਕਰਦੇ ਹਾਂ। ਉਹ ਫੈਸਲਾ ਵੀ ਸਾਡਾ ਅਸੀਂ ਆਪ ਨਹੀਂ ਕੁਛ ਕਰਦੇ। ਅਸੀਂ ਅੱਗੇ ਯੂਰੀ ਬਣਾਈ ਆ, ਹਰੇਕ ਵਿਸ਼ੇ ਮਾਹਰਾਂ ਦੀ ਅਲੱਗ-ਅਲੱਗ ਵਿਸ਼ੇ ਮਾਹਰਾਂ ਦੀ ਯੂਨੀਵਰਸਿਟੀਆਂ ਜਿਹੜੇ ਪ੍ਰੋਫੈਸਰ ਨੇ ਜਾਂ ਉੱਥੇ ਰਿਸਰਚ ਸਕਾਲਰ ਨੇ, ਉਹਨਾਂ ਦੀ ਉਹ ਚੁਣ ਕੇ ਕਿਤਾਬ ਪੜ੍ਹ ਕੇ ਅੰਕ ਲਾ ਕੇ ਸਾਨੂੰ ਰਿਜ਼ਲਟ ਤਿਆਰ ਕਰਕੇ ਦਿੰਦੇ ਆ। ਜਿਹੜਾ ਰਿਜ਼ਲਟ ਦੇ ਵਿੱਚ ਮੈਰਿਟ ਦੇ ਮੁਤਾਬਕ ਵੱਧ ਨੰਬਰ ਪ੍ਰਾਪਤ ਕਿਤਾਬ ਹੁੰਦੀ ਆ, ਉਹਨੂੰ ਅਸੀਂ ਕਿਤਾਬ ਨੂੰ ਸਨਮਾਨ ਦਿੰਦੇ ਹਾਂ। ਅਤੇ ਜਿਹੜਾ ਸਨਮਾਨ ਹੈ, ਕਿਤਾਬ ਦਾ, ਰਚਨਾ ਦਾ ਸਨਮਾਨ ਹੈ, ਇਹ ਲੇਖਕ ਦਾ ਸਨਮਾਨ ਨਹੀਂ। ਠੀਕ ਆ, ਉਹ ਲੇਖਕ ਨੇ ਲਿਖੀ ਹੁੰਦੀ ਅਤੇ ਸਨਮਾਨ ਲੈਣ ਲਈ ਲੇਖਕ ਆਉਂਦਾ, ਲੇਖਕ ਨੂੰ ਹੀ ਸਨਮਾਨ, ਲੇਖਕ ਨੂੰ ਹੀ ਉਹਦਾ ਫਾਇਦਾ ਮਿਲਦਾ। ਪਰ ਸਾਡੀ ਨਿਗਾਹ ਦੇ ਵਿੱਚ ਜਿਹੜੀ ਕਿਤਾਬ ਆ ਉਹ ਪ੍ਰਮੁੱਖ ਹੁੰਦੀ ਆ, ਲੇਖਕ ਉਦੋਂ ਪਿੱਛੇ ਹੁੰਦਾ, ਕਿਤਾਬ ਦੇ ਪਿੱਛੇ ਲੇਖਕ ਖੜ੍ਹਾ ਹੁੰਦਾ, ਉਹਦਾ ਜਿਹੜਾ ਕਿਤਾਬ ਦਾ ਰਚਨਾ ਕਰਨ ਵਾਲਾ। ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਲੇ ਜਿਹੜੇ ਉਹ ਮਨਾਏ ਜਾਂਦੇ, ਕੁਛ ਧਾਰਮਿਕ ਮੇਲੇ ਆ, ਕੁਛ ਉੱਦਾਂ ਸੱਭਿਆਚਾਰਕ ਮੇਲੇ ਜਿਨ੍ਹਾਂ ਨੂੰ ਕਿਹਾ ਜਾਂਦਾ, ਜਾਂ ਕੁਛ ਗੁਰੂਆਂ, ਸ਼ਹੀਦਾਂ, ਜਾਂ ਕੁਛ ਜਿਹੜੇ ਪੰਜਾਬੀ ਰਚਨਾਕਾਰ ਆ, ਕਹਾਣੀਕਾਰ ਆ, ਅਜਿਹੀਆਂ ਸ਼ਖਸੀਅਤਾਂ ਦੇ ਨਾਂ 'ਤੇ ਮੇਲੇ ਹੁੰਦੇ ਆ। ਤਾਂ ਉਹਨਾਂ ਮੇਲਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਗਮ ਕੀਤੇ ਜਾਣ, ਪਛਾਣ ਕੀ ਹੋਵੇ? ਪੰਜਾਬ ਦੇ ਮੇਲਿਆਂ ਦੀ ਵੱਖਰੀ ਪਛਾਣ ਜਾਂ ਅਜਿਹੀ ਪਛਾਣ ਹੋਣੀ ਚਾਹੀਦੀ ਹੈ ਜਿਹਦੇ ਨਾਲ ਲੱਗੇ ਵੀ ਪੰਜਾਬ ਦੇ ਲੋਕ ਕਿੰਨੇ ਕੁ ਸੂਝਵਾਨ ਆ, ਕਿੱਡਾ ਕਿ ਇਹਨਾਂ ਦਾ ਦਾਇਰਾ ਆ। ਤਾਂ ਇਹ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਜਿਹੜੀ ਸੰਸਥਾ ਆ, ਇਹਨਾਂ ਨੇ ਪਿਛਲੇ ਜਿਹੜਾ ਕਿ 4 ਸਾਲ ਤੋਂ ਹਾਲਾਂਕਿ ਪ੍ਰੋਗਰਾਮ ਚੱਲ ਰਿਹਾ ਜਿਹੜਾ ਕਿ ਸਨਮਾਨ ਸਮਾਰੋਹ, ਔਰ 2020 ਦੇ ਵਿੱਚ ਕਰੋਨਾ ਕਰਕੇ ਪ੍ਰੋਗਰਾਮ ਨਹੀਂ ਹੋ ਸਕਿਆ। ਤਾਂ ਲਿਖਣ ਵਾਲਿਆਂ ਦਾ ਸਨਮਾਨ, ਗਾਉਣ ਵਾਲਿਆਂ ਦਾ ਸਨਮਾਨ, ਖੇਡਣ ਵਾਲਿਆਂ ਦਾ ਸਨਮਾਨ ਆਮ ਮੇਲਿਆਂ 'ਚ ਕੀਤਾ ਜਾਂਦਾ। ਤਾਂ ਸਾਹਿਤਕਾਰਾਂ ਦਾ ਸਨਮਾਨ, ਕੁਝ ਅਜਿਹੀਆਂ ਰਚਨਾਵਾਂ ਜਿਨ੍ਹਾਂ ਦੀ ਸਮਾਜ ਨੂੰ ਜਾਂ ਜਿਨ੍ਹਾਂ ਦੀ ਜਿਹੜਾ ਕਿ ਖਿੱਤੇ ਨੂੰ ਸੇਧ ਹੋਵੇ, ਔਰ ਉਹ ਜਿਹੜੀ ਬਹੁਤ ਮਾਇਨੇ ਰੱਖਦੀ ਆ। ਜਿਹੜੀਆਂ ਇਹ 2 ਕਿਤਾਬਾਂ ਇਸ ਵਾਰ ਚੁਣੀਆਂ ਗਈਆਂ, ਆਪਾਂ ਇੱਥੋਂ ਸ਼ੁਰੂ ਕਰਾਂਗੇ, ਫਿਰ ਪਿੱਛੇ ਨੂੰ ਚੱਲਾਂਗੇ। ਇਹਨਾਂ 'ਚ ਕਿਹੜੀ ਅਜਿਹੀ ਖਾਸ ਗੱਲ ਆ, ਖਾਸ ਕਰ ਜਿੱਦਾਂ ਹਰਪਿੰਦਰ ਰਾਣਾ ਦੀ ਕਿਤਾਬ ਆ ਕੀ ਜਾਣਾ ਮੈਂ ਕੌਣ, ਉਹ 'ਚ ਕਿਹੜੀ ਵੱਖਰੀ ਗੱਲ ਆ? ਕਿਉਂਕਿ ਉਹਨੂੰ ਮਾਇਆ ਦਾ ਵੀ ਸਨਮਾਨ 50,000 ਦਾ, ਜਿਹੜਾ 51,000 ਦਾ ਸਨਮਾਨ ਆ, ਉਹ ਵੀ ਬਹੁਤ ਚੰਗੀ ਗੱਲ ਆ ਦੇਣਾ। ਕਿਉਂਕਿ ਕਈ ਵਾਰੀ ਨਾ ਖੇਡਣ ਵਾਲੇ ਆ, ਫਿਲਮਾਂ ਵਾਲੇ ਆ, ਉਹ ਮਾਇਆ 'ਚ ਖੇਡਦੇ ਆ, ਅਤੇ ਜਿਹੜੇ ਲਿਖਣ ਵਾਲੇ ਹੁੰਦੇ ਆ ਉਹ ਵਿਚਾਰੇ ਮਿੱਟੀ ਫੱਕਦੇ ਰਹਿੰਦੇ ਆ। ਅਸੀਂ ਕਈ ਵਾਰੀ ਵੇਖਦੇ ਆ। ਤਾਂ ਇਹ ਕਿੰਨਾ ਅਹਿਮ ਹੈਗਾ, ਔਰ ਇੱਕ ਕਿਤਾਬ ਦੇ ਵਿੱਚ ਕਿਹੜੀ ਗੱਲ ਸੀ ਜਿਹੜੀ ਕਰਕੇ ਇਹਨੂੰ ਚੁਣਿਆ ਗਿਆ? ਦੇਖੋ ਜੀ, ਜਦੋਂ ਕੋਈ ਕਿਤਾਬ ਛਪਦੀ ਆ, ਹਰੇਕ ਲੇਖਕ ਆਪਦੇ ਵੱਲੋਂ ਲਿਖਦਾ, ਹਰੇਕ ਲੇਖਕ ਨੂੰ ਹੀ ਥੋੜ੍ਹਾ ਹੁੰਦਾ ਮਾਣ ਸਨਮਾਨ ਦੀ, ਹਰੇਕ ਬੰਦਾ ਦੁਨੀਆ 'ਚ ਮਾਣ ਸਨਮਾਨ ਭਾਲਦਾ। ਜਦੋਂ ਅਸੀਂ ਕਿਤਾਬ ਨੂੰ ਦੇਖਣਾ ਵੀ ਜਿਹੜਾ ਕਿਤਾਬ ਉਹ 'ਚ ਲਿਖਿਆ ਕੀ ਆ, ਉਹ 'ਚ ਸਮਾਜ ਨੂੰ ਦੱਸਣ ਵਾਲੀ ਕੀ ਗੱਲ ਆ, ਉਹ 'ਚ ਜਿਹੜੀ ਲੋਕਾਂ ਦੇ ਭਲੇ ਦੀ ਕੀ ਗੱਲ ਆ, ਅਤੇ ਉਦੋਂ ਵੀ ਜਿਹੜੀ ਵੱਡੀ ਗੱਲ ਆ ਵੀ ਉਹ ਸਾਡੀ ਜਿਹੜੀ ਰੂਹ ਦੀ ਤ੍ਰਿਪਤੀ ਕਰਦੀ ਕਿ ਨਹੀਂ ਕਰਦੀ। ਕੋਈ ਵੀ ਰਚਨਾ ਵੀ ਉਹ ਸਾਡੇ ਮਨ ਨੂੰ ਸ਼ਾਂਤ ਕਰੇ, ਸਾਨੂੰ ਥੋੜ੍ਹਾ ਟਿਕਾ ਦੇਵੇ, ਇਹ ਚੀਜ਼ਾਂ ਜ਼ਰੂਰੀ ਨੇ। ਅਤੇ ਜਿਹੜਾ ਇਹ ਨਾਵਲ ਆ, ਫਿਰ ਜਿਵੇਂ ਸਾਹਿਤ ਹੈ, ਕੋਈ ਸਾਹਿਤ ਆਈ ਨਹੀਂ ਵੀ ਇੱਕੋ ਜਿਹੇ ਪੈਟਰਨ 'ਤੇ ਲਿਖੀ ਜਾਣਗੇ, ਵੀ ਸਾਲੋ ਸਾਲ ਬੰਦੇ ਇੱਕੋ ਪੈਟਰਨ 'ਤੇ, ਇੱਕੋ ਤਰਜ਼ 'ਤੇ, ਇੱਕੋ ਛੰਦ 'ਤੇ ਬੰਦੇ ਲਿਖੀ ਜਾਣਗੇ ਕਵਿਤਾ ਦੇ ਵਿੱਚ, ਜਾਂ ਨਾਵਲ ਕਹਾਣੀ 'ਚ ਬਿਨਾਂ ਤਜਰਬੇ ਤੋਂ ਇੱਕੋ ਟਾਈਪ ਦੀ ਕਹਾਣੀ ਨਾਵਲ ਲਿਖੀ ਜਾਣਗੇ ਉਵੇਂ ਬਣੇ ਬਣਾਏ ਚੌਖਟੇ ਦੇ ਵਿੱਚ, ਅਤੇ ਉਹਦਾ ਕੋਈ ਸਾਹਿਤ ਫਿਰ ਵਿਕਾਸ ਨਹੀਂ ਕਰ ਸਕਦਾ। ਅੱਜ ਕੱਲ੍ਹ ਜਿਹੜਾ ਬਹੁਤ ਕੁਛ ਹੈ, ਜਿਹੜਾ ਕਲਚਰ ਹੈ,
ਕਲਚਰ ਦਾ ਜਿਹੜੀ ਬੋਲੀ ਆ ਸਾਹਿਤ ਆ ਉਹ ਕਲਚਰ ਦਾ ਹਿੱਸਾ, ਉਹ ਬਹੁਤ ਉਹਦੇ ਰਾਹੀਂ ਵੀ ਬੰਦੇ ਡੋਮੀਨੇਟ ਕਰਦੇ ਆ। ਇਕੱਲੀ ਪੋਲੀਟੀਕਲ ਪਾਵਰ ਨਾਲ ਨਹੀਂ, ਸਾਹਿਤ ਨਾਲ ਵੀ ਡੋਮੀਨੇਟ ਕਰਦੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਸੱਭਿਆਚਾਰਕ ਸਮੂਹ ਨੇ। ਤੋ ਜਿਹੜਾ ਪੰਜਾਬ ਹੈ, ਜਿਹੜੀ ਪੰਜਾਬੀ ਆ, ਇਹ ਇੱਕ ਤਰ੍ਹਾਂ ਦਾ ਸੱਭਿਆਚਾਰਕ ਸਮੂਹ ਵੀ ਆ, ਕਲਚਰਲ ਇੱਕ ਗਰੁੱਪ ਹੈ, ਸਾਰੀ ਦੁਨੀਆ 'ਚ ਵੀ ਵਿਚਰਦਾ। ਉਹਦੀ ਇੱਕ ਜ਼ਰੂਰੀ ਆ ਵੀ ਜਿਹੜਾ ਉਹਨਾਂ ਦਾ ਜਿਹੜੇ ਉਹ ਸਾਹਿਤ ਆ ਉਹ ਸਾਡਾ ਤਰੱਕੀ ਕਰੂਗਾ, ਤਾਂ ਹੀ ਦੁਨੀਆ 'ਚ ਅਸੀਂ ਪਛਾਣ ਖੜੀ ਕਰ ਸਕਾਂਗੇ। ਜੇ ਸਾਹਿਤ 'ਚ ਵੱਡੇ ਨਾਮ ਮਿਲਦੇ ਆ ਇੰਟਰਨੈਸ਼ਨਲ, ਉੱਥੋਂ ਤੱਕ ਸਾਡਾ ਜਿਹੜਾ ਸਾਹਿਤ ਜਾਊਗਾ, ਨਾਮਜ਼ਦ ਹੋਊਗਾ ਵਰਲਡ ਦੇ ਵਿੱਚ, ਵਰਲਡ ਦੀ ਪੋਇਟਰੀ ਦੇ ਵਿੱਚ, ਵਰਲਡ ਦਾ ਜਿਹੜਾ ਨਾਵਲ ਆ, ਕਹਾਣੀ ਆ, ਉਹ 'ਚ ਸਾਡੇ ਬੰਦੇ ਉਹਨਾਂ ਦੇ ਵਿਸ਼ਵ ਪੱਧਰ 'ਤੇ ਵਿਚਰਨਗੇ, ਉੱਥੇ ਜਾਣਗੇ ਅਨੁਵਾਦ ਦੇ ਰੂਪ 'ਚ, ਅਤੇ ਇੱਥੋਂ ਦਾ ਸਾਡਾ ਕਲਚਰ ਅਤੇ ਸਾਡੀ ਗੱਲ ਤਾਂ ਜਾਊਗੀ, ਉਹਦੇ ਰਾਹੀਂ ਅਸੀਂ ਕਰਾਂਗੇ। ਅਤੇ ਇਹਦੇ ਲਈ ਨਵੇਂ ਤਜਰਬਿਆਂ ਦੀ ਲੋੜ ਹੁੰਦੀ ਹੈ ਸਾਹਿਤ ਨੂੰ। ਜੇ ਆਪਾਂ ਬਣੇ ਬਣਾਏ ਚੌਕਟੇ 'ਚ ਇੱਕੋ ਜਿਹੀ ਰਚਨਾ, ਜਿਵੇਂ 100 ਸਾਲ ਪਹਿਲਾਂ ਤੋਂ ਸ਼ੁਰੂ ਹੋਇਆ ਨਾਵਲ ਦਾ ਸਫ਼ਰ, ਕਵਿਤਾ ਬਹੁਤ ਸਾਲ ਹੋ ਗਏ ਉਦੋਂ ਲਿਖੀ ਜਾ ਰਹੀ ਆ, ਉਹ ਨਹੀਂ ਆਉਂਦੀ, ਵੱਡੀਆਂ ਗੱਲਾਂ ਨਹੀਂ ਆਉਂਦੀਆਂ, ਅਤੇ ਫਿਰ ਕੀ ਆ, ਉਹ ਸਾਡਾ ਉੱਥੇ ਖੜੋਤ ਦਾ ਸ਼ਿਕਾਰ ਹੋ ਜਾਊਗਾ। ਪੰਜਾਬੀ ਸਾਹਿਤ 'ਚ ਵੀ ਇਹ ਦਿੱਕਤ ਕਿਤੇ ਨਾ ਕਿਤੇ ਹੈਗੀ ਵੀ ਆ, ਪਰ ਇਹਨੂੰ ਬਹੁਤ ਵੱਡੇ ਪੱਧਰ 'ਤੇ ਤੋੜ ਵੀ ਰਹੇ ਆ ਬਹੁਤ ਸਾਰੇ ਬੰਦੇ। ਨਵੇਂ ਤਜਰਬੇ ਹੋ ਰਹੇ ਆ, ਕਹਾਣੀ 'ਚ ਬਹੁਤ ਤਜਰਬੇ ਹੋ ਰਹੇ ਆ, ਨਾਵਲ 'ਚ। ਸੋ ਜਿਹੜਾ ਅਸੀਂ ਨਾਵਲ ਚੁਣਿਆ, ਇਸ ਵਾਰੀ ਨਾਵਲ ਚੁਣਿਆ ਗਿਆ ਸਨਮਾਨ ਦੇ ਲਈ, ਕੀ ਜਾਣਾ ਮੈਂ ਕੌਣ, ਉਹ ਵੀ ਇੱਕ ਤਰ੍ਹਾਂ ਦਾ ਨਵਾਂ ਤਜਰਬਾ ਸੀ। ਉਹ ਜਿਹੜਾ ਬਰਤਾਂਤ ਅਤੇ ਗੋਂਦ ਦੀਆਂ ਵਿਧੀਆਂ ਦੇ ਵਿੱਚ ਤਾਂ ਸੀਗੀ ਨਵੇਂ ਤਜਰਬੇ, ਨਵਾਂਪਨ। ਉਹ ਤਾਂ ਵਿਸ਼ੇ ਦੇ ਪੱਖ ਤੋਂ ਵੀ ਜਿਵੇਂ ਪਿਛਲੇ ਸਮੇਂ ਤੋਂ ਹੀ ਬਹੁਤ ਇਹ 'ਚ ਜਾਗਰੂਕਤਾ ਵਧੀ ਹੈ, ਥਰਡ ਜੈਂਡਰ ਦੇ ਬਾਰੇ, ਖੁਸਰਿਆਂ ਦੇ ਜੀਵਨ ਬਾਰੇ, ਉਹ 'ਤੇ ਕਾਫੀ ਰਚਨਾਵਾਂ ਆਈਆਂ ਨੇ। ਉਹ ਰਚਨਾਵਾਂ ਦੇ ਵਿੱਚੋਂ ਵੀ ਬਹੁਤ ਸਰਮੌਰ ਰਚਨਾ ਅਤੇ ਬਹੁਤ ਮਿਹਨਤ ਕਰਕੇ ਲਿਖੀ ਗਈ ਰਚਨਾ ਵੀ ਉਹਨਾਂ ਦੇ ਜੀਵਨ ਨੂੰ ਆਧਾਰ ਬਣਾਇਆ। ਫਿਰ ਇਕੱਲੇ ਜਿੱਦਾਂ ਸਟੇਜ 'ਤੇ ਵੀ ਮੈਂ ਅੱਜ ਗੱਲ ਕਹੀ ਸੀ ਵੀ ਇਕੱਲੇ ਉਹਨਾਂ ਦੇ ਜੀਵਨ ਨੂੰ ਨਹੀਂ, ਆਲੇ ਦੁਆਲੇ ਸਮਾਜ ਦੇ ਨਾਲ ਵੀ ਉਹਨਾਂ ਦਾ ਤਾਲਮੇਲ, ਵੀ ਸਮਾਜ 'ਚ ਜੋ ਵਿਚਰਿਆ, ਰਾਜਨੀਤੀ ਬਾਰੇ ਵੀ ਈਵਨ ਉਹ ਜਦੋਂ ਗੱਲ ਕਰਦੇ ਡਾਇਰੀ ਪੜ੍ਹ ਰਹੇ ਆ ਉਹ ਉਹਨਾਂ ਦੀ ਪਰਿਵਾਰ ਦੀ, ਅਤੇ ਉਹਦੇ 'ਚੋਂ 6 ਜੂਨ 84 ਦਾ ਵੀ ਬਹੁਤ ਵੱਡਾ ਜ਼ਿਕਰ ਕਰਦੇ ਆ ਵੀ ਇੱਕ ਮਾਨਸਿਕ ਤੌਰ 'ਤੇ ਵੱਡੀ ਸੱਟ ਆ ਸਾਰੇ ਸਾਡੇ ਪੰਜਾਬ ਲਈ, ਸਿੱਖਾਂ ਲਈ, ਦੁਨੀਆ 'ਚ ਜਿੰਨੇ ਵੀ ਵਸਦੇ ਆ ਉਹਨਾਂ ਲੋਕਾਂ ਲਈ ਜਿਹੜੇ ਜੁੜੇ ਹੋਏ ਆ ਇਹ ਚੀਜ਼ ਦੇ ਨਾਲ, ਉਹਨਾਂ ਲਈ ਵੱਡੀ ਸੱਟ ਆ ਵੀ ਇਹ ਚੀਜ਼ਾਂ ਵੀ ਜ਼ਰੂਰੀ ਆ ਵੀ ਜਿਹੜਾ ਸਾਹਿਤ ਆ ਇਕੱਲਾ ਸਵਾਦ ਦੇਣ ਤੱਕ ਵੀ ਸੀਮਿਤ ਨਾ ਰਹਿ ਜੇ, ਅਤੇ ਇਕੱਲਾ ਐਂ ਵੀ ਨਾ ਹੋਵੇ ਵੀ ਨਾਅਰਾ ਹੀ ਬਣ ਜੇ ਅਤੇ ਉਹ ਤੁਹਾਨੂੰ ਇਹ ਵੀ ਨਾ ਦੇਵੇ ਵੀ ਕੋਈ ਸਕੂਨ ਦੇਵੇ ਹੀ ਨਾ, ਅਤੇ ਇਕੱਲਾ ਨਾਅਰਾ ਹੀ ਬਣੀ ਜਾਵੇ, ਇਕੱਲੇ ਉਹ ਕਿਸ ਤਰ੍ਹਾਂ ਦਾ ਭਾਸ਼ਣ ਹੀ ਬਣ ਕੇ ਰਹਿ ਜੇ, ਇਹ ਵੀ ਨਹੀਂ ਹੋਣਾ ਚਾਹੀਦਾ। ਸੋ ਜਿਹੜਾ ਇਹ ਨਾਵਲ ਆ ਉਹ ਸਾਰੀਆਂ ਗੱਲਾਂ ਜਿਹੜੀਆਂ ਪੂਰੀਆਂ ਕਰਦਾ, ਸਮਾਜਿਕ ਤੌਰ 'ਤੇ ਜਾਗਰੂਕ ਵੀ ਕਰਦਾ, ਇੱਕ ਤੀਜੇ ਜੈਂਡਰ ਦੀ ਗੱਲ ਕਰਕੇ ਉਹਨਾਂ ਦੇ ਜਿਹੜੇ ਦੁੱਖ ਤਕਲੀਫ ਆ ਉਹਨਾਂ ਨੂੰ ਪੇਸ਼ ਵੀ ਕਰਦਾ, ਪਲੱਸ ਸਮਾਜ 'ਚ ਜਿਹੜੇ ਹੋਰ ਵਰਤਾਰੇ ਵਰਤ ਰਹੇ ਆ ਰਾਜਨੀਤਿਕ, ਸਮਾਜਿਕ, ਆਰਥਿਕ, ਉਹਨਾਂ 'ਤੇ ਵੀ ਟੀਕਾ ਟਿੱਪਣੀ ਕਰਦਾ। ਇਵੇਂ ਜਿਹੜੀ ਸਾਡੀ ਦੂਜੀ ਕਿਤਾਬ ਆ ਉਹ ਧੂਫ ਹੈ, ਸ਼ਮੀਲ ਦੀ ਕਵਿਤਾ ਦੀ ਕਿਤਾਬ ਆ, ਅਤੇ ਉਹਦੇ 'ਚ ਵੀ ਜਿਹੜੇ ਬਹੁਤ ਤਰ੍ਹਾਂ ਦੇ ਨਵੇਂ ਬੰਦੇ ਦੇ ਅਨੁਭਵ ਆ। ਆਮ ਤੌਰ 'ਤੇ ਜਿਵੇਂ ਕਵਿਤਾ ਦੀ ਕਿਤਾਬ ਆ ਵੀ ਉਹਨੂੰ ਪਾਠਕ ਕਾਫੀ ਔਖੇ ਮਿਲਦੇ ਆ, ਬਹੁਤ ਸਾਰੇ ਕਈ ਤਰ੍ਹਾਂ ਦੇ ਚੁਟਕਲੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ, ਕਵੀਆਂ ਦੇ ਬਾਰੇ 'ਚ ਵੀ ਕਵਿਤਾ ਸੁਣਨ ਨੂੰ ਬੰਦੇ ਜਿਹੜੇ ਨਹੀਂ ਥੇ ਆਉਂਦੇ ਨਾ, ਸਰੋਤੇ ਕਵੀ ਬਹੁਤ ਆ, ਸਰੋਤੇ ਹੈ ਨਹੀਂ ਗੇ ਕੁਛ, ਅਤੇ ਉਹ ਚੀਜ਼ ਇਹ ਚੀਜ਼ਾਂ ਦੀ ਮਿੱਥ ਨੂੰ ਤੋੜਦੀ ਆ ਉਹ ਕਿਤਾਬ। ਉਹ 'ਚ ਬਹੁਤ ਜ਼ਿਆਦਾ ਵਿਸ਼ਿਆਂ ਦੀ ਵੰਨ ਸਵੰਨਤਾ, ਨਵੇਂ ਅਨੁਭਵ ਆ, ਕਿ ਜਿਵੇਂ ਉਹ ਕੈਨੇਡਾ 'ਚ ਰਹਿ ਰਿਹਾ ਕਵੀ, ਤਾਂ ਉੱਥੋਂ ਦੇ ਜਿਹੜੇ ਜੀਵਨ ਦੇ ਅਨੁਭਵ ਆ ਉਹਦੇ ਉਹ ਲਿਖੇ ਆ। ਉਹ ਫਿਰ ਕਿਤਾਬ ਸਾਰੀ ਤੁਹਾਨੂੰ ਵਾਰ-ਵਾਰ ਪੜ੍ਹਨ ਨੂੰ ਪ੍ਰੇਰਦੀ ਆ, ਹਰੇਕ ਕਵਿਤਾ ਵਾਰੀ ਜਦੋਂ ਉਹਨੂੰ ਚੁੱਕ ਲੈਂਦੇ ਆ ਤਾਂ ਉਹਦੀ ਦਿੱਖ ਤੋਂ ਲੈ ਕੇ ਸਾਰਾ ਕੁਝ ਪ੍ਰਭਾਵਿਤ ਕਰਦਾ। ਅਤੇ ਸਾਡੇ ਲਈ ਜਿਹੜਾ ਉਦੋਂ ਸਾਡੇ ਧਿਆਨ 'ਚ ਨਹੀਂ ਹੁੰਦਾ ਵੀ ਜਿਹੜਾ ਰਚਨਾ ਕਰਨ ਵਾਲਾ ਵੀ ਕਵੀ ਆ, ਜਾਂ ਰੁਪਿੰਦਰ ਰਾਣਾ ਜਿਹਨੇ ਨਾਵਲ ਲਿਖਿਆ, ਜਾਂ ਸ਼ਮੀਲ ਜੀ ਨੇ ਕਿਤਾਬ ਲਿਖੀ, ਸਾਡੇ ਸਾਹਮਣੇ ਕਿਤਾਬ ਹੁੰਦੀ ਆ। ਕਿਤਾਬ ਦੇ ਪੱਧਰ 'ਤੇ ਦੋਨੇ ਕਲਾਕਾਰਤਾਂ ਸਾਨੂੰ ਵਧੀਆ ਲੱਗੀਆਂ। ਸਾਡੇ ਤੋਂ ਪਹਿਲਾਂ ਜਿਹੜੇ ਜੂਰੀ ਮੈਂਬਰਾਂ ਨੇ ਪੜ੍ਹ ਕੇ ਸਾਨੂੰ ਰਿਜ਼ਲਟ ਬਣਾ ਕੇ ਦਿੱਤਾ, ਉਹਨਾਂ ਨੂੰ ਵਧੀਆ ਲੱਗੀਆਂ। ਉਦੋਂ ਵੱਡੀ ਗੱਲ ਹੈ ਵੀ ਜੇ ਕੋਈ 100 ਕਿਤਾਬ ਸਾਡੇ ਕੋਲ ਆਉਂਦੀ ਹੈ ਐਂਟਰੀ, ਅਤੇ ਉਹਨਾਂ 'ਚੋਂ ਮਤਲਬ ਕਿ ਛਾਂਟਦੇ ਅਸੀਂ ਆਖਰ 'ਚ ਇੱਕ ਕਿਤਾਬ ਦੋਨਾਂ ਗਲਪ ਦੇ ਵਿੱਚ ਅਤੇ ਕਵਿਤਾ ਦੇ ਵਿੱਚ ਚੁਣਦੇ ਹਾਂ। ਅਤੇ ਉਹਦੇ 'ਚ ਅਸੀਂ ਤਾਂ ਰੋਲ ਬਿਲਕੁਲ ਸਾਡਾ ਤਾਂ ਐਂਡ 'ਤੇ ਸ਼ੁਰੂ ਹੁੰਦਾ, ਜਾਂ ਸ਼ੁਰੂ ਦੇ ਵਿੱਚ ਹੁੰਦਾ, ਜਦੋਂ ਅਸੀਂ ਸਿਰ ਭੇਜਣੀਆਂ ਜੂਰੀ ਕੋਲ ਅਤੇ ਹੋਰ ਆ। ਉਹ ਫਿਰ ਅਲੱਗ-ਅਲੱਗ ਵਿਸ਼ਾ ਮਾਰ ਵੀ ਜਦੋਂ ਰਾਏ ਦਿੰਦੇ ਆ ਕਿਸੇ ਕਿਤਾਬ ਬਾਰੇ, ਇੱਕ ਬਾਰੇ ਵੱਧ ਤੋਂ ਵੱਧ ਅੰਕ ਦਿੰਦੇ ਆ, ਅਤੇ ਤਾਂ ਹੀ ਕਿਤਾਬ ਕੋਈ ਆਖਰੀ ਸਥਾਨ 'ਤੇ ਫਿਰ ਆਉਣ 'ਚ ਸਫਲ ਹੁੰਦੀ ਹੈ। ਤਾਂ ਕਿਤਾਬ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ, ਜਿਹੜਾ ਕਿ ਇਸ ਮੇਲੇ ਦੇ ਵਿੱਚ, ਬਾਬਾ ਫਰੀਦ ਸਾਹਿਬ ਦੇ ਮੇਲੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤੇ ਜਾਂਦੇ, ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂ। ਤਾਂ ਇੱਕ ਪਾਸੇ ਅਸੀਂ ਰਾਜਪਾਲ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਭਾਈ ਜੀ, ਇੱਕ ਪਾਸੇ ਜਿੱਦਾਂ ਸੋਸ਼ਲ ਮੀਡੀਆ ਦਾ ਯੁੱਗ ਆ, ਉੱਥੇ ਚਰਚਾਵਾਂ ਵੀ ਹੁੰਦੀਆਂ, ਆਲੋਚਨਾ ਵੀ ਹੁੰਦੀ ਆ, ਕਈ ਵਾਰੀ ਉਹ ਗਾਲੀ ਗਲੋਚ ਤੱਕ ਵੀ ਚਲੇ ਜਾਂਦੀ ਆ। ਤਾਂ ਉਹ ਮਾਹੌਲ ਦੇ ਵਿੱਚ ਜਿੱਦਾਂ ਹੁਣ ਬਹੁਤ ਸਾਰਾ ਪੰਜਾਬ ਦਾ ਨੌਜਵਾਨ ਆ, ਜਿਹੜੀ ਪੀੜ੍ਹੀ ਉਹ ਕਿਤਾਬਾਂ ਵੱਲ ਧਿਆਨ ਦੇਣ ਲੱਗ ਪਈ ਆ, ਉਹ ਮਾਹੌਲ ਔਰ ਜਿਹੜਾ ਇਹ ਇੱਕ ਜ਼ਮੀਨੀ ਪੱਧਰ 'ਤੇ ਸੱਚਮੁੱਚ ਕਿਤਾਬਾਂ ਪੜ੍ਹਨੀਆਂ, ਇੱਕ PDF ਮੰਗਾ ਕੇ ਪੜ੍ਹਨੀਆਂ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿੰਨੀ ਕੁ ਲੋੜ ਅੱਜ ਉਹ ਸਾਰਾ ਜਿਹੜਾ ਸੋਸ਼ਲ ਮੀਡੀਆ ਦਾ ਹੈ ਤਾਂ ਸਾਰੇ ਚਿੰਤਤ, ਪਰ ਉਹ ਜਿੰਨੀ ਕਿਸੇ ਦੀ ਪਹੁੰਚ ਆ, ਕੋਈ ਉੱਥੇ ਉਹ ਕਿਸੇ ਨੂੰ ਓਏ ਕਹਿ ਕੇ ਬੁਲਾ ਰਿਹਾ, ਕੋਈ ਉੱਥੇ ਜਿਹੜੀ ਕੋਈ ਵੱਡੀ ਉਦਾਹਰਨ ਦੇ ਰਿਹਾ, ਉਹਨੂੰ ਤੁਸੀਂ ਕਿਵੇਂ ਲੈਂਦੇ? ਕਿੰਨੀ ਕੁ ਲੋੜ ਹੈਗੀ ਹੈ ਸੱਚਮੁੱਚ? ਉਹ ਜਿੰਨੇ ਚਿੰਤਕ ਲੋਕ ਆ, ਉਹ ਚਾਹੇ ਫੇਕ ID ਬਣਾ ਕੇ ਗੱਲ ਕਰ ਰਿਹਾ, ਕਰੋ ਕਈ ਉਹ ਮਸਲੇ ਦੀ ਕਰ ਰਿਹਾ ਹੁੰਦਾ, ਉਹਨੂੰ ਤੁਸੀਂ ਕਿਵੇਂ ਲੈਂਦੇ? ਅਸਲ 'ਚ ਨਾ ਜਿਹੜਾ ਮਨੁੱਖ ਦਾ ਰਿਸ਼ਤਾ
ਮਤਲਬ ਕਿ ਜਦੋਂ ਤੋਂ ਮਨੁੱਖਾ ਜ਼ਿੰਦਗੀ ਇਸ ਧਰਤ 'ਤੇ ਹੋਂਦ 'ਚ ਆਈ ਹੈ ਉਦੋਂ ਤੋਂ ਸ਼ਬਦ ਨਾਲ ਜੁੜਿਆ ਹੋਇਆ ਹੈ ਨਾ। ਮਤਲਬ ਕਿ ਪੰਜਾਬ ਹੈ ਜਿਹੜਾ ਉਹ ਮਤਲਬ ਕਿ ਗੁਰਬਾਣੀ ਤੋਂ ਵਰਸਾਇਆ ਹੋਇਆ ਹੈ ਅਤੇ ਗੁਰਬਾਣੀ ਵੀ ਸਾਨੂੰ ਇਹੀ ਕਹਿੰਦੀ ਹੈ ਨਾ ਕਿ ਸ਼ਬਦ ਅਤੇ ਮਨੁੱਖ ਦਾ ਰਿਸ਼ਤਾ ਬੜਾ ਨੇੜੇ ਦਾ ਜਦੋਂ ਤੋਂ ਇਸ ਧਰਤ 'ਤੇ ਮਨੁੱਖਾ ਜ਼ਿੰਦਗੀ ਹੋਂਦ 'ਚ ਆਈ ਹੈ। ਉਹ ਸ਼ਬਦ ਦੇ ਪਹਿਲੇ ਰੂਪ ਬੋਲਦੇ ਰਹੇ ਆ, ਜ਼ੁਬਾਨੀ ਰਿਸ਼ਤਾ ਹੁੰਦਾ ਸੀ, ਪੀੜ੍ਹੀ ਦਰ ਪੀੜ੍ਹੀ ਉਹ ਸੀ, ਉਹ ਬੋਲ ਕੇ ਬਜ਼ੁਰਗ ਸਾਨੂੰ ਗਾਂ ਵਾਲੀ ਪੀੜ੍ਹੀ 'ਚ ਉਹ ਟਰਾਂਸਫਰ ਕਰਦੇ ਸੀਗੇ ਹੈ ਨਾ। ਉਦੋਂ ਬਾਅਦ ਕਾਗਜ਼ ਆਇਆ, ਫਿਰ ਉਹਨੇ ਲਿਖਤ ਦਾ ਰੂਪ ਲਿਆ, ਛਪਣਾ ਸ਼ੁਰੂ ਹੋ ਗਿਆ ਹੈ ਨਾ, ਇਹ ਰਿਸ਼ਤਾ ਬਣਿਆ। ਇੱਥੋਂ ਤੱਕ ਰਿਸ਼ਤਾ ਸੀ ਜਿਹੜਾ ਉਹ ਬੜਾ ਸਹਿਜ ਰੂਪ ਸੀ। ਉਸ ਤੋਂ ਅੱਗੇ ਜਿਹੜੀ ਹੁਣ ਪਿਛਲੇ 20-30 ਸਾਲਾਂ 'ਚ ਜਾਂ ਪਿਛਲੇ ਇੱਦੋਂ ਥੋੜ੍ਹਾ ਜਿਹਾ ਪਹਿਲਾਂ ਟੈਕਨੋਲੋਜੀ ਜਿਹੜੀ ਕੰਪਿਊਟਰਾਈਜ਼ ਯੁੱਗ ਜਾਂ ਜਿਹਨੂੰ ਡਿਜੀਟਲ ਯੁੱਗ ਕਹਿ ਦਿੰਦੇ ਆਪਾਂ, ਇਹ ਸਟਾਰਟ ਹੋਇਆ। ਇਹਦੇ ਵਿੱਚ ਜਿਹੜੀ ਉਹ ਸਹਿਜਤਾ ਗੁਆਚ ਗਈ ਕਿਤੇ ਨਾ ਕਿਤੇ। ਮਤਲਬ ਕਿ ਲਿਖਤਾਂ ਉੱਥੇ ਵੀ ਪੜ੍ਹਨ ਨੂੰ ਮਿਲਦੀਆਂ ਸਾਨੂੰ, PDF ਦੇ ਰੂਪ 'ਚ ਮਿਲਦੀਆਂ ਸਾਨੂੰ। ਮਤਲਬ ਕਿ ਟੈਬਸ ਆਉਣ ਸਾਰ ਜਦੋਂ ਟੈਕਨੋਲੋਜੀ ਨਵੀਂ ਟੈਬਸ ਦੀ ਆਈ ਬੜੀ ਪਾਪੂਲਰ ਹੋਈ ਵੈਸਟ ਦੇ ਵਿੱਚ, ਕਿਉਂਕਿ ਸਟਾਰਟਿੰਗ ਹੋਈ ਉੱਥੇ ਬਹੁਤ ਪਾਪੂਲਰ ਹੋਈ। ਹੁਣ ਇਹ ਹਾਲਾਤ ਨੇ ਕਿ ਸਭ ਤੋਂ ਪਹਿਲਾਂ ਵੈਸਟ ਨੇ ਛੱਡਣਾ ਸ਼ੁਰੂ ਕੀਤਾ ਉਹਨੂੰ, ਕਿਉਂਕਿ ਉਹ ਆਪਣੇ ਤੋਂ ਬਹੁਤ ਪਹਿਲਾਂ ਭੋਗ ਚੁੱਕੇ ਆ। ਮਤਲਬ ਇਹ ਜਿਹੜਾ ਰਿਸ਼ਤਾ ਟੈਕਨੋਲੋਜੀ ਦਾ, ਹਾਂ ਟੈਕਨੋਲੋਜੀ ਵਰਤਣੀ ਕੋਈ ਮਾੜੀ ਗੱਲ ਨਹੀਂ ਗੀ, ਹਰ ਯੁੱਗ ਦਾ ਇੱਕ ਨਵਾਂ ਟੈਕਨੀਕ ਪ੍ਰਬੰਧ ਹੈ, ਪਰ ਇਹ ਟੈਕਨੀਕ ਦਾ ਜਿਹੜਾ ਹੈਗਾ ਸਿਸਟਮ ਹੈ, ਇਹ ਮਨੁੱਖ ਦੇ ਜਿਹੜਾ ਸ਼ਬਦ ਨਾਲ ਰਿਸ਼ਤਾ ਉਹ ਸਹਿਜ ਦਾ ਰਿਸ਼ਤਾ ਨਹੀਂ ਪੈਦਾ ਕਰਦਾ। ਸਹਿਜ ਦਾ ਰਿਸ਼ਤਾ ਅਜੇ ਵੀ ਚਾਹੇ ਬੋਲ ਕਰਦੇ ਨੇ ਚਾਹੇ ਛਪਿਆ ਹੋਇਆ। ਤੁਸੀਂ ਦੇਖ ਲਓ ਕਿ ਇਹ ਤੁਹਾਡੇ ਵਿਅਕਤੀਗਤ ਵੀ ਤਜਰਬੇ ਹੋਣਗੇ ਕਿ ਤੁਸੀਂ ਮੋਬਾਈਲ ਲਗਭਗ ਬਹੁਤ 24 ਘੰਟਿਆਂ 'ਚੋਂ ਲਗਭਗ 15 ਘੰਟੇ ਵਰਤਦੇ ਹੋ, 10 ਘੰਟੇ ਵਰਤਦੇ ਆ, ਤੁਹਾਡਾ ਮਨ ਉਹਦੇ ਨਾਲ ਡਿਸਟਰਬੈਂਸ 'ਚ ਆ ਜਾਂਦਾ ਹੈ ਨਾ, ਤੁਸੀਂ ਉਕਤਾ ਜਾਂਦੇ ਆ। ਪਰ ਜਦੋਂ ਸਿਰਹਾਣੇ ਪਈ ਕਿਤਾਬ ਦੇ 2 ਪੰਨੇ ਵੀ ਪੜ੍ਹ ਕੇ ਸੌਂਦੇ ਆ ਤਾਂ ਬੜਾ ਸਕੂਨ ਮਿਲਦਾ। ਅਜੇ ਵੀ ਅੱਜ ਦੀ 21ਵੀਂ ਸਦੀ ਦਾ ਯੁੱਗ ਹੈ ਇੱਥੇ ਵੀ। ਸੋ ਮੇਰੇ ਖਿਆਲ ਤੁਹਾਡੇ ਬਹੁਤੇ ਸਵਾਲਾਂ ਦੇ ਜਵਾਬ ਇਹਦੇ ਵਿੱਚ ਵੀ ਪਏ ਨੇ ਕਿ ਜਿਹੜੀ ਇਹ ਨਵਾਂ ਟੈਕਨੋਲੋਜੀ ਹੈ ਇਹਨੂੰ ਵਰਤਿਆ ਜਾਣਾ ਚਾਹੀਦਾ। ਚਲੋ ਇਸ ਤੋਂ ਆਪਾਂ ਬਾਹਰ ਵੀ ਨਹੀਂ ਹੋ ਸਕਦੇ, ਪਰ ਇਹ ਜਿਹੜਾ ਮਨੁੱਖ ਦਾ ਰਿਸ਼ਤਾ ਸ਼ਬਦ ਨਾਲ ਉਹ ਸਹਿਜ ਰੂਪ 'ਚ ਨਹੀਂ ਰਹਿ ਸਕਦਾ, ਅਤੇ ਸਹਿਜ ਰੂਪ 'ਚ ਸਿਰਫ ਉਹ ਕਿਤਾਬ ਛਪਿਆ ਹੋਇਆ ਚਾਹੇ ਬੋਲਦੇ ਰਿਸ਼ਤੇ ਹੀ ਨੇ। ਅਤੇ ਇਸੇ ਕਰਕੇ ਕਿ ਮਨੁੱਖ 'ਚ ਜਦੋਂ ਇਹ ਸਹਿਜਤਾ ਗੁਆਚ ਗਈ ਤਾਂ ਉਹ ਸਹਿਜ ਦੇ ਵਿੱਚ ਵੀ ਉਹ ਸਹਿਜਤਾ ਗੁਆਚ ਗਈ ਅਤੇ ਕੂੜ ਕਬਾੜ ਉਹ ਪੈਦਾ ਹੋਣਾ ਸ਼ੁਰੂ ਹੋ ਗਿਆ। ਉਹ ਕੂੜ ਕਬਾੜ ਮਤਲਬ ਕਿ ਕਿਤਾਬਾਂ ਤੋਂ ਲੈ ਕੇ ਫੇਸਬੁੱਕ ਤੱਕ ਖਿੱਲਰ ਗਿਆ। ਅਤੇ ਹੁਣ ਹਰ ਜਿਹੜਾ ਸਿੰਸੀਅਰ ਮਸਲਾ ਹੈ, ਕੋਈ ਵੀ ਸੀਰੀਅਸ ਮੈਟਰ ਹੈ, ਫੇਸਬੁੱਕ 'ਤੇ ਅਕਸਰ ਆਪਾਂ ਸੋਸ਼ਲ ਮੀਡੀਆ 'ਤੇ ਉੱਠਦਾ, ਚਾਹੇ ਉਹ ਸਿਆਸਤ ਨਾਲ ਸੰਬੰਧਿਤ ਹੈ, ਚਾਹੇ ਸਮਾਜਿਕ ਹੈ, ਚਾਹੇ ਧਾਰਮਿਕ ਹੈ, ਚਾਹੇ ਕਿਸੇ ਹੋਰ ਪੱਖ ਦਾ ਜ਼ਿੰਦਗੀ ਦਾ, ਉਹਦੇ 'ਤੇ ਸੀਰੀਅਸ ਮਸਲੇ ਨੂੰ ਵੀ ਬੜੇ ਚੁਟਕਲੇ ਦੇ ਪੱਧਰ 'ਤੇ ਡੀਲ ਕੀਤਾ ਜਾਂਦਾ। ਬਹੁਤੇ ਕਮੈਂਟਸ ਆ, ਬਹੁਤੀਆਂ ਪੋਸਟਾਂ ਇਸੇ ਤਰ੍ਹਾਂ ਆਉਂਦੀਆਂ ਅਸੀਂ ਦੇਖਦੇ ਹਾਂ। ਅਤੇ ਮੇਰੇ ਖਿਆਲ ਵਿੱਚ ਜਿਹੜੀ ਉਹ ਸਹਿਜਤਾ ਹੈ ਉਸ ਨੂੰ ਬਰਕਰਾਰ ਰੱਖਣ ਵਾਸਤੇ ਕਿਤਾਬ ਦਾ ਰਹਿਣਾ ਜ਼ਰੂਰੀ ਹੈ, ਔਰ ਕਿਤਾਬ ਰਹੇਗੀ, ਕਿਤਾਬ ਛਪੀ ਹੋਈ ਕਿਤਾਬ ਜ਼ਰੂਰ ਰਹੇਗੀ। ਤਾਂ ਸ਼ਬਦਾਂ ਦੇ ਬਾਣ ਹੁੰਦੇ ਆ, ਜਿੱਦਾਂ ਕਹਿੰਦੇ ਵੀ ਗੁਰੂ ਮਹਾਰਾਜ ਨੇ ਜਫਰਨਾਮਾ ਇਤਿਹਾਸ 'ਚ ਬਿਰਤਾਂਤ ਆਉਂਦਾ, ਜਫਰਨਾਮਾ ਲਿਖਿਆ ਤਾਂ ਉਹ ਜਫਰਨਾਮਾ ਇੱਕ ਅਜਿਹਾ ਹਥਿਆਰ ਹੋ ਨਿਬੜਿਆ ਕਿ ਉਹ ਇੱਕ ਵੱਡੇ ਉਸ ਸਲਤਨਤ ਦੇ ਵਾਸਤੇ ਇੱਕ ਉਹ ਸਿਰ ਝੁਕਾਉਣ ਵਾਲੀ ਗੱਲ ਸੀ। ਤਾਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ, ਭਾਰਤ 'ਚ ਜੋ ਹੋ ਰਿਹਾ, ਪੰਜਾਬ 'ਚ ਜੋ ਹੋ ਰਿਹਾ, ਜ਼ੁਲਮ ਹੁੰਦਾ, ਸਰਕਾਰ ਕਰਦੀ ਹੈ, ਕੋਈ ਕਰਦੀ, ਜਿੰਨੀਆਂ ਵੀ ਘਟਨਾਵਾਂ ਨੇ, ਤਾਂ ਮੌਜੂਦਾ ਇਸ ਸਮੇਂ ਦੇ ਹਾਣ ਦੇ ਜਿਹੜੇ ਕਵੀ ਹੁੰਦੇ ਆ ਜਾਂ ਲੇਖਕ ਹੁੰਦੇ ਆ, ਉਹ ਉਹਦੇ ਬਾਰੇ ਗੱਲ ਨਾ ਕਰਨ ਜਾਂ ਕਿਸੇ ਹੋਰ ਬਾਰੇ ਗੱਲ ਕਰਨ, ਉਹਨੂੰ ਕਿਵੇਂ ਬਿਰਤਾਂਤ ਕਰਦੇ, ਉਹਨੂੰ ਕਿਵੇਂ ਬਿਆਨਦੇ ਆ, ਇਹ ਬਹੁਤ ਅਹਿਮ ਹੋ ਜਾਂਦਾ। ਸਾਡੇ ਨਾਲ ਇੱਥੇ ਇੱਕ ਹੋਰ ਸੱਜਣ ਮੌਜੂਦ ਹੈ ਜਿਨ੍ਹਾਂ ਨੂੰ ਅਸੀਂ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਰਹਿੰਦੇ ਹਾਂ, ਔਰ ਲਗਾਤਾਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ। ਇੱਕ ਕਵੀ ਨੇ ਜਿਹੜਾ ਕਿ ਵਿਵਾਦਤ ਜੇ ਬੋਲ, ਕੁਛ ਵਿਵਾਦਤ ਜੀ ਜਿਹੜੇ ਲੇਖ ਸੀਗੇ ਉਹ ਕਿਤਾਬ ਦੇ ਵਿੱਚ ਲਿਖੇ ਸੀਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਇਹ ਪੁੱਛਣਾ ਚਾਹੁੰਦਾ, ਜਿੱਦਾਂ ਆਪਾਂ ਅੱਜ ਇੱਥੇ ਗੱਲ ਕਰ ਰਹੇ ਹਾਂ ਵੀ ਕੁਛ ਲੇਖਕਾਂ ਦੀ ਚੋਣ ਕਰਦੇ ਹੋ ਤੁਸੀਂ ਸਾਰੇ ਰਲ ਮਿਲ ਕੇ, ਸਾਲ ਬਾਅਦ ਉਹਨਾਂ ਨੂੰ ਸਨਮਾਨਿਤ ਕਰਦੇ ਹੋ, ਤਾਂ ਇਹ ਕਿੰਨਾ ਅਹਿਮ ਹੈਗਾ ਖਾਸ ਕਰਕੇ ਨਵੇਂ ਲੇਖਕਾਂ ਦੇ ਵਾਸਤੇ? ਉਹ ਕਿਹਨੂੰ ਪੜ੍ਹਨ, ਕਿਵੇਂ ਚੋਣ ਕਰਨ? ਜਿੱਦਾਂ ਮੰਨ ਲਓ ਹੁਣ ਆਪਾਂ ਵੀਡੀਓ ਪਾਉਣੀ, ਕਿਸੇ ਦੇ ਮਨ 'ਚ ਆਉਂਦਾ ਯਾਰ ਇਹਨਾਂ ਨੇ ਕਿਤਾਬਾਂ ਵਾਲਿਆਂ ਨੂੰ ਸਨਮਾਨਿਤ ਕੀਤਾ, ਪੜ੍ਹਨਾ ਚਾਹੀਦਾ ਸਾਨੂੰ। ਜੀ ਤਾਂ ਹਰੇਕ ਦਾ ਕਰਦਾ, ਪਰ ਸਵਾਦ ਕਿਸੇ ਕਿਸੇ ਨੂੰ ਪਿਆ ਹੋਇਆ ਉਹ ਚੀਜ਼ ਲੈ ਕੇ ਮੁੱਲ ਖਰੀਦ ਕੇ ਪੜ੍ਹਨਾ ਜਾਂ ਕਿਸ ਤੋਂ ਲਿਆ ਕੇ ਪੜ੍ਹਨਾ। ਲਾਇਬ੍ਰੇਰੀਆਂ ਖੁੱਲ੍ਹ ਤਾਂ ਬਹੁਤ ਗਈਆਂ, ਮੈਨੂੰ ਲੱਗਦਾ ਵੀ ਸ਼ਾਇਦ ਉਹ ਗੱਲ ਬਣੀ ਨਹੀਂ ਜਿਹੜੀ ਸਾਨੂੰ ਮਹਿਸੂਸ ਹੋਣੀ ਚਾਹੀਦੀ ਹੈ। ਤਾਂ ਕਿਹੜੇ ਲੇਖਕ ਤੋਂ ਕਿਵੇਂ ਚੋਣ ਕਿਵੇਂ ਕਰਨ, ਸ਼ੁਰੂਆਤ ਤੋਂ, ਫਿਰ ਆਪਾਂ ਅਗਲੀ ਗੱਲ 'ਚ। ਦੇਖੋ, ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈ। ਅੱਜ ਕੱਲ੍ਹ ਨੌਜਵਾਨ ਜਦੋਂ ਕੋਈ ਜਾਂ ਪਾਠਕ ਕਿਤਾਬਾਂ ਵੱਲ ਲੱਗਦਾ ਹੈ, ਪ੍ਰਚਾਰ ਬਹੁਤ ਹੁੰਦਾ ਹੈ, ਤੁਸੀਂ ਪੁਸਤਕਾਂ ਵੱਲ ਲੱਗੋ, ਪੁਸਤਕਾਂ ਵੱਲ ਲੱਗੋ, ਸਾਹਿਤ ਪੜ੍ਹੋ,
ਪਰ ਜਦੋਂ ਉਹ ਜਾਂਦਾ ਹੈ ਸਾਹਿਤ ਪੜ੍ਹਦਾ ਹੈ, ਉਹ ਬਹੁਤ ਕਨਫਿਊਜ਼ ਹੁੰਦਾ ਹੈ ਕੀ ਪੜ੍ਹਾਂ ਕੀ ਨਹੀਂ। ਕਈ ਤਰ੍ਹਾਂ ਦਾ ਚੱਲਦਾ ਹੈ। ਕਈ ਲੇਖਕਾਂ ਦਾ ਇੱਕ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਉਹਨਾਂ ਦਾ ਵੀ ਉਹਨਾਂ ਨੇ ਜੋ ਲਿਖਣੀ ਆ ਉਹਨੂੰ ਆਪਦੇ ਦ੍ਰਿਸ਼ਟੀਕੋਣ ਦੇ ਤੌਰ 'ਤੇ ਕਿਸੇ ਸਹੀ ਚੀਜ਼ ਨੂੰ ਵਿਗਾੜ ਕੇ ਪੇਸ਼ ਕਰਦੇ ਨੇ। ਇਸ ਤਰ੍ਹਾਂ ਦਾ ਪ੍ਰਦੂਸ਼ਣ ਵੀ ਹੈ। ਜਿੱਥੇ ਆਪਾਂ ਸਾਹਿਤ ਨੂੰ ਆਪਾਂ ਪ੍ਰਚਾਰਦੇ ਹਾਂ, ਸਾਹਿਤ ਪੜ੍ਹੋ, ਇਹ ਬਹੁਤ ਪ੍ਰਚਾਰ ਹੁੰਦਾ ਹੈ। ਪਰ ਇੱਥੇ ਚੋਣ ਵੀ ਆਪਣੀ ਮਤਲਬ ਕਿ ਬਹੁਤ ਸਾਵਧਾਨੀ ਨਾਲ ਆਪਾਂ ਨੂੰ ਕਰਨੀ ਪੈਂਦੀ ਹੈ। ਨਹੀਂ ਫਿਰ ਕਈ ਵਾਰੀ ਤਾਂ ਬਹੁਤ ਭ੍ਰਾਂਤੀ ਦਾ ਸ਼ਿਕਾਰ ਹੋ ਜਾਂਦਾ ਪਾਠਕ। ਕੋਈ ਬੰਦਾ ਇੱਕ ਚੀਜ਼ ਨੂੰ ਬਹੁਤ ਹੀ ਦੂਜੇ ਸਿਰੇ ਤੋਂ ਜਾ ਕੇ ਪੇਸ਼ ਕਰ ਰਿਹਾ। ਉਹਦਾ ਕਾਰਨ ਇਹ ਹੈ ਵੀ ਲੇਖਕ ਆਪ ਇਮਾਨਦਾਰ ਨਹੀਂ ਹੈ। ਜਿਹੜੀ ਉਹਦੀ ਵਿਚਾਰ ਕਿਤੇ ਉਹ ਆਪਦੀ ਜਿਹੜੀ ਹੈਗੀ ਉਹ ਦੇਖ ਲੈਂਦਾ ਦ੍ਰਿਸ਼ਟਾਂਤ ਕੀ ਹੈ, ਚੀਜ਼ ਕੀ ਹੈ, ਪੇਸ਼ ਹੋ ਰਹੀ ਹੈ, ਪਰ ਉਹ ਆਪਦੀ ਜਿਹੜੀ ਦਿਮਾਗੀ ਘੁੰਟਰੀ ਨਾਲ ਉਹਨੂੰ ਵਿਗਾੜ ਦਿੰਦਾ। ਔਰ ਉਹਦਾ ਇੱਕ ਹੋ ਜਾਂਦਾ ਵੀ ਮੈਂ ਬ੍ਰੇਨ ਵਾਸ਼ ਕਰਨਾ ਪਾਠਕ ਦਾ। ਜਿਹੜਾ ਲੇਖਕ ਹੈ ਉਹ ਵੀ ਇੱਕ ਇਨਸਾਨ ਹੀ ਹੈ। ਜਦੋਂ ਇੱਕ ਲੇਖਕ ਕਈ ਵਾਰੀ ਬਹੁਤ ਪੁਰਾਣਾ ਹੋ ਜਾਂਦਾ ਹੈ, ਕਿਤਾਬਾਂ ਬਹੁਤ ਲਿਖ ਦਿੰਦਾ ਹੈ, ਕਿਸੇ ਨੇ 50 ਲਿਖਤੀਆਂ 60 ਲਿਖਤੀਆਂ, ਉਹਦੇ ਨਾਲ ਇਹ ਨਹੀਂ ਉਹਦੀ ਕਿਤਾਬ ਦਾ ਮੁੱਲ ਹੈ ਉਹਨੇ ਕੀ ਲਿਖਿਆ, ਉਹਦੇ 'ਚ ਸੱਚ ਪੇਸ਼ ਕੀਤਾ, ਉਹਦਾ ਜਿਹੜਾ ਵਿਜ਼ਨ ਕੀ ਹੈ, ਉਹ ਕੀ ਪੇਸ਼ ਕਰ ਰਿਹਾ। ਉਹ ਆਪਦੇ ਲੋਕਾਂ ਦੇ ਖਿਲਾਫ ਤਾਂ ਨਹੀਂ ਲਿਖੀ ਜਾਂਦਾ, ਉਹਨਾਂ ਨੂੰ ਤਾਂ ਨਹੀਂ ਨੀਵਾਂ ਦਿਖਾਈ ਜਾਂਦਾ। ਆਪਦੇ ਜਿਹੜੇ ਆਪਦੇ ਜਿਹੜਾ ਖਿੱਤਾ ਹੈ ਉਹਦੇ ਜਿਹੜੇ ਕਿਸੇ ਸੂਰਮੇ ਹੈ ਉਹਨਾਂ ਨੂੰ ਤਾਂ ਨਹੀਂ ਨੀਵਾਂ ਦਿਖਾ ਰਿਹਾ, ਛੋਟਾ ਕਰ ਰਿਹਾ, ਸਿਰਫ ਆਪਦੀ ਦਿਮਾਗੀ ਘੁੰਟਰੀ ਦੇ ਤੌਰ 'ਤੇ ਵੀ ਇਹ ਦਿਖਾਉਣ ਵਾਸਤੇ ਮੈਂ ਕੋਈ ਚੀਜ਼ ਇਹੀ ਨਵੀਂ ਕੱਢਤੀ। ਸੋ ਇਹ ਜਿਹੜੀ ਚੀਜ਼ਾਂ ਇਹ ਬਹੁਤ ਦੇਖਣਾ ਪੈਂਦਾ। ਜਿਹੜਾ ਲੇਖਕ ਹੈ, ਤੁਸੀਂ ਕਿਤਾਬ ਜਿਹਦੀ ਪੜ੍ਹਦੇ ਹੋ, ਉਹ ਲੇਖਕ ਦਾ ਕਿਰਦਾਰ ਕੀ ਹੈ, ਲੇਖਕ ਦੀ ਵਿਚਾਰਧਾਰਾ ਕਿਤੇ ਉਹ ਇਸ ਤਰ੍ਹਾਂ ਨਹੀਂ ਇੱਕ ਪਾਸੜ ਤਾਂ ਨਹੀਂ ਗਾ ਬਿਲਕੁਲ ਵੀ ਉਹ ਕਾਲੇ ਨੂੰ ਚਿੱਟੇ ਨੂੰ ਕਾਲਾ ਬਣਾ ਕੇ ਪੇਸ਼ ਕਰੀ ਜਾਂਦਾ। ਤਾਂ ਆਪਾਂ ਇਹ ਦੇਖਦੇ ਹਾਂ ਵੀ ਅੱਜ ਕੱਲ੍ਹ ਦਾ ਜਿਹੜਾ ਸਾਹਿਤ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਦੂਸ਼ਣ ਫੈਲ ਗਿਆ। ਕਿਉਂਕਿ ਕਈ ਜਿਹੜੇ ਹੈਗੇ ਲੇਖਕ ਉਹ ਊਂ ਗੁਬਾਰਿਆਂ ਨੂੰ ਫੈਲਾਇਆ ਜਾਂਦਾ, ਉਹਨਾਂ ਨੂੰ ਵੱਡੇ ਲੇਖਕ ਬਣਾ ਦਿੱਤਾ ਜਾਂਦਾ। ਪਰ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਕਿਤੇ ਕਿਸੇ ਟਾਈਮ ਉਹਨਾਂ ਨੇ ਅੱਜ ਤੋਂ 15 ਸਾਲ ਪਹਿਲਾਂ ਕੋਈ ਸ਼ੁਰੂ ਕੀਤੀ ਹੁੰਦੀ ਹੈ, ਜਦੋਂ ਇਮਾਨਦਾਰ ਹੁੰਦਾ ਲੇਖਕ ਸ਼ੁਰੂ ਕਰਦਾ, ਪੂਰਾ ਮਿਹਨਤ ਕਰਦਾ, ਵੱਡੇ ਬਾਹਰ ਕਿਸੇ ਇੰਟਰਨੈਸ਼ਨਲ ਸਾਹਿਤ ਪੜ੍ਹਦਾ, ਪਰ ਘੁੜ ਮੁੜ ਕੇ ਉਹ ਇੱਥੇ ਆ ਜਾਂਦਾ ਕਈ ਵਾਰੀ ਵੀ ਉਹਦੇ ਉੱਤੇ ਆਪਦੇ ਆਲੇ ਦੁਆਲੇ ਆਪਦੀ ਬੈਠਕ ਦਾ ਅਸਰ ਬਹੁਤ ਪੈ ਜਾਂਦਾ। ਉਹ ਜਿਹੜੀ ਚੀਜ਼ ਹੈ, ਉਹ ਜਿਹੜਾ ਪਾਠਕ ਹੈ, ਜਿਹੜਾ ਨਵਾਂ ਪਾਠਕ ਹੈ, ਉਹਨੂੰ ਇਸ ਚੀਜ਼ ਦਾ ਮਤਲਬ ਕਿ ਜੇ ਸਾਵਧਾਨ ਨਹੀਂ ਹੈ ਉਹ, ਤਾਂ ਫਿਰ ਉਹ ਇਸ ਚੀਜ਼ 'ਚ ਉਹ ਆਪਦਾ ਜਿਹੜਾ ਕਿਸ ਚੀਜ਼ ਨੂੰ ਪੜ੍ਹ ਰਿਹਾ ਹੈ ਉਹ ਤਾਂ ਉਹ ਭਰਮ 'ਚ ਪੈ ਸਕਦਾ। ਵੀ ਜਿਵੇਂ ਇਤਿਹਾਸ ਹੈ, ਕੋਈ ਜੇ ਬੰਦਾ ਲਿਖ ਰਿਹਾ ਉਹ ਅਸਲ 'ਚ ਉਹਨੂੰ ਇਤਿਹਾਸ ਦੀ ਜਾਣਕਾਰੀ ਹੈ ਨਹੀਂ, ਪਰ ਉਹਦਾ ਇੱਕ ਵਿਚਾਰਧਾਰਾ ਉਹਨੂੰ ਹੈ ਮੈਂ ਵਿਗਾੜ ਕੇ ਪੇਸ਼ ਕਰਨੀ ਹੈ, ਠੀਕ ਹੈ ਜੀ। ਪਰ ਉਹ ਜਿਹੜਾ ਪਾਠਕ ਹੈ ਉਹ ਕਨਫਿਊਜ਼ ਹੋਊਗਾ ਇਸ ਨਾਲ। ਅਤੇ ਉਹ ਜਿਹੜਾ ਇਸ ਤਰ੍ਹਾਂ ਦਾ ਸਾਵਧਾਨੀ ਮਤਲਬ ਕਿ ਰੱਖਣ ਦੀ ਲੋੜ ਹੈ। ਜਿਹੜੇ ਕੋਈ ਪੁਰਾਣੇ ਤਜਰਬੇਕਾਰ, ਇਹ 'ਚ ਕੋਈ ਇਹ ਨਹੀਂ ਵੀ ਕੋਈ ਪੁਰਾਣਾ ਜਿਹੜਾ ਤਜਰਬੇਕਾਰ ਲੇਖਕ ਹੈ ਜਿਹਨੇ 60 ਕਿਤਾਬਾਂ ਲਿਖੀਆਂ ਉਹੀ ਵਧੀਆ ਲਿਖ ਸਕਦਾ। ਇੱਕ ਵੱਡਾ ਨਾਮ ਬਣਾ ਦਿੱਤਾ ਜਾਂਦਾ ਕਈ ਵਾਰੀ। ਕੋਈ ਇਸ ਤਰ੍ਹਾਂ ਦੇ ਅੱਜ ਕੱਲ੍ਹ ਪੰਜਾਬੀ ਸਾਹਿਤ 'ਚ ਚੱਲ ਰਿਹਾ ਹੈ ਵੀ ਉਹਨੂੰ ਉਭਾਰਿਆ ਜਾਂਦਾ। ਅਤੇ ਉਹ ਉਭਾਰਨ ਨਾਲ ਜਿਹੜਾ ਪਾਠਕ ਹੈ, ਜਿਵੇਂ ਆਪਣੇ ਐਡਵਰਟਾਈਜ਼ਮੈਂਟ ਦਾ ਯੁੱਗ ਹੈ, ਇਵੇਂ ਸੋਸ਼ਲ ਮੀਡੀਆ 'ਚ ਵੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ, ਉਹਨਾਂ ਦੇ ਪਿੱਛੇ ਖੜ੍ਹੇ ਜਾਂਦੇ ਗਰੁੱਪ ਖੜ੍ਹੇ ਜਾਂਦੇ ਆ। ਤਾਂ ਉਹ ਇੱਕ ਪਾਠਕ ਹੈ ਜਿਹੜਾ ਵਰਗ ਹੈ ਉਹ 'ਚ ਕਨਫਿਊਜ਼ ਹੁੰਦਾ। ਉਹਨੂੰ ਇੱਕ ਕਨਫਿਊਜ਼ ਤਾਂ ਹੋਊਗਾ ਜੇ ਉਹ ਲੇਖਕ ਨੂੰ ਐਂ ਪਹਿਲਾਂ ਹੀ ਪ੍ਰਭਾਵ ਮੰਨ ਲਏ ਵੀ ਇਹਨੇ ਜੋ ਲਿਖ ਰਿਹਾ ਸੱਚ ਲਿਖ ਰਿਹਾ। ਉਹ ਇਸ ਨੂੰ ਬਿਲਕੁਲ ਨਿਊਟਰਲ ਹੋ ਕੇ ਦੇਖੇ, ਜਦੋਂ ਕਿਤਾਬ ਪੜ੍ਹਦਾ ਨਿਊਟਰਲ ਪੜ੍ਹੇ, ਅਤੇ ਉਹਦੇ 'ਚ ਉਹਦਾ ਲੇਖਕ ਦਾ ਇਸ ਤਰ੍ਹਾਂ ਦਾ ਪ੍ਰਭਾਵ ਨਾ ਪਾਵੇ ਵੀ ਜੇ ਇਹਨੇ ਲਿਖਤਾ ਤਾਂ ਇਹ ਸੱਚ ਹੈ, ਕਿਉਂਕਿ ਇਹਨੇ ਪਹਿਲਾਂ ਇਹ 20 ਸਾਲਾਂ ਦਾ ਕਿਤਾਬਾਂ ਲਿਖੀ ਜਾਂਦਾ ਜਾਂ 30 ਸਾਲਾਂ ਦੀਆਂ ਕਿਤਾਬਾਂ, ਜਾਂ ਇਹਨੇ 60 ਕਿਤਾਬਾਂ ਲਿਖਤੀਆਂ, ਜਾਂ ਇਹਦਾ ਨਾਂ ਬੜਾ ਹੈ, ਇਹਦਾ ਪਿੱਛੇ ਗਰੁੱਪ ਬਹੁਤ ਵੱਡੇ ਹੈ। ਉਹ ਚੀਜ਼ਾਂ ਦਾ ਮਤਲਬ ਕਿ ਨਿਊਟਰਲ ਹੋ ਕੇ ਪਾਠਕ ਇਸ ਨੂੰ ਚੀਜ਼ ਨੂੰ ਦੇਖੂਗਾ ਤਾਂ ਉਹ ਉਸ ਦਾ ਫਿਰ ਸਹੀ ਰਹੂਗਾ। ਉਸ ਨੂੰ ਕਿਤਾਬਾਂ ਦੀ ਜਿਹੜੀ ਅਸਲ 'ਚ ਜਿਹੜਾ ਪਿੱਛੇ ਚੱਲਦਾ ਸਾਰਾ ਕੁਛ ਮੈਕਨਿਜ਼ਮ ਸਾਰਾ ਸਮਝ ਆ ਜਾਊਗਾ ਆਰਾਮ ਨਾਲ। ਵੈਸੇ ਇਹ ਹੌਲੀ ਹੌਲੀ ਪਾਠਕ ਦੀ ਜਿਹੜੀ ਸਮਝ ਕ੍ਰੀਏਟ ਹੁੰਦੀ ਹੈ ਜਦੋਂ ਸਾਹਿਤ ਪੜ੍ਹਨਾ ਸ਼ੁਰੂ ਕਰਦਾ, ਤਾਂ ਉਹਨੂੰ ਕਈ ਵਾਰੀ ਇਸ ਤਰ੍ਹਾਂ ਚੱਲ ਰਿਹਾ ਆਪਣੇ ਵੀ ਉਹਨੂੰ ਬਹੁਤੀਆਂ ਭਾਰੀਆਂ ਕਿਤਾਬਾਂ ਦੇ ਦਿੱਤੀਆਂ ਜਾਂਦੀਆਂ, ਤਾਂ ਉਹ ਕਹਿੰਦੇ ਜਾਂ ਤਾਂ ਸਾਡੇ ਬੱਸ ਦਾ ਕੰਮ ਨਹੀਂ ਗਾ, ਇਹ ਤਾਂ ਬੜੀ ਸ਼ਬਦਾਵਲੀ ਔਖੀ ਹੈ ਇਹਦੇ 'ਚ। ਸੋ ਉਹ ਪਾਠਕ ਭੱਜ ਜਾਂਦਾ ਉਸ ਤੋਂ। ਉਹ ਵੀ ਚੀਜ਼ ਦੇਖਣ ਵਾਲੀ ਹੈ ਕਿਉਂਕਿ ਉਹ ਪਿੱਛੇ ਲੇਖਕ ਦਾ ਵੱਡਾ ਨਾਂ ਹੈ, ਬੜੀਆਂ ਵੱਡੀਆਂ ਡਿਗਰੀਆਂ ਜੀ ਲੇਖਕ ਦੀਆਂ, ਬੜਾ ਉਹਦਾ ਨਾਮ ਬਣਿਆ ਹੋਇਆ, ਤਾਂ ਉਹ ਇੱਕ ਤਰ੍ਹਾਂ ਦਾ ਉਸ ਨੂੰ ਇਸ ਤਰ੍ਹਾਂ ਸਥਾਪਿਤ ਕੀਤਾ ਜਾਂਦਾ ਹੈ। ਉਹ ਇਹ ਚੀਜ਼ਾਂ ਨਹੀਂ ਦੇਖਣ ਵਾਲੀਆਂ। ਦੇਖਣ ਵਾਲਾ ਹੈ ਵੀ ਵਿਸ਼ਾ ਕੀ ਹੈ, ਤੁਸੀਂ ਪੜ੍ਹਦੇ ਹੋ, ਤੁਹਾਡਾ ਇੰਟਰਸਟ ਹੈ ਉਸ ਵਿਸ਼ੇ 'ਚ,
ਔਰ ਤੁਹਾਨੂੰ ਜਿਹੜਾ ਤੁਸੀਂ ਨਿਊਟਰਲ ਹੋ ਕੇ ਉਸ ਕਿਤਾਬ ਨੂੰ ਪੜ੍ਹੋ ਤਾਂ ਉਹ ਸਾਹਿਤ ਆ ਜਿਹੜਾ ਤੁਹਾਨੂੰ ਮਤਲਬ ਕਿ ਚੰਗਾ ਉਹਦੇ 'ਚੋਂ ਗਿਆਨ ਮਿਲੂਗਾ। ਇਹੋ ਜਿਹੀ ਗੱਲ ਨਹੀਂ ਵੀ ਨਹੀਂ ਮਿਲੂਗਾ। ਉਹ ਤੁਹਾਨੂੰ ਹੌਲੀ ਹੌਲੀ ਤੁਹਾਡੀ ਸਮਝ ਕ੍ਰੀਏਟ ਹੋ ਜੂ, ਤੁਹਾਨੂੰ ਆਪਦਾ ਕਿਤਾਬਾਂ ਦੀ ਜਿਹੜੀ ਪਹਿਚਾਣ ਆਉਣ ਲੱਗ ਜੂ ਔਰ ਲੇਖਕਾਂ ਦਾ ਹੀ ਪਤਾ ਲੱਗ ਜੂਗਾ ਤੁਹਾਨੂੰ। ਜਦੋਂ ਲੇਖਕ ਕੋਈ ਲਿਖਦਾ ਹੈ ਤਾਂ ਤੁਸੀਂ ਉਹਨੂੰ ਫੜ ਸਕੋਗੇ ਵੀ ਇਹ ਇੱਥੇ ਆਹ ਨੇ ਪਹਿਲਾਂ ਲਿਖਿਆ ਤਾਂ ਇਹਨੇ ਆਪਦੀ ਦਿਮਾਗੀ ਘੁੰਟਲੀ ਦੇ ਤੌਰ 'ਤੇ ਜਾਣ ਬੁੱਝ ਕੇ ਵਿਗਾੜਿਆ ਤੱਥ ਨੂੰ। ਤਾਂ ਉਹ ਪਾਠਕ ਨੂੰ ਇੱਕ ਸਮਝ ਬਣਾਉਣੀ ਪਊਗੀ। ਜੇ ਬਣਾਊ ਤਾਂ ਜੇ ਉਹ ਨਿਊਟਰਲ ਹੋ ਕੇ ਸੋਚੂਗਾ ਇਸ ਗੱਲ ਨੂੰ। ਬਿਲਕੁਲ। ਤਾਂ ਜਿੱਦਾਂ ਹੁਣ ਲਾ ਲਓ ਵੀ ਮੀਡੀਆ ਇੱਕ ਇਤਿਹਾਸ ਸਿਰਜਦਾ, ਇਤਿਹਾਸ ਭਾਵ ਜੋ ਆਸ-ਪਾਸ ਵਾਪਰ ਰਿਹਾ ਉਹਨੂੰ ਸਾਂਭਦਾ, ਉਹਨੂੰ ਇੰਟਰਨੈਟ ਰਾਹੀਂ ਸਾਂਭਿਆ ਜਾ ਰਿਹਾ, ਰੀਲਾਂ ਰਾਹੀਂ ਸਾਂਭਿਆ ਜਾ ਰਿਹਾ। ਤਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਇਹ ਚੀਜ਼ਾਂ ਨਹੀਂ ਸੀ ਉਦੋਂ ਪੂਰੀਆਂ ਤੋਂ ਪੂਰੀਆਂ ਕੁਛ ਜਾਣਕਾਰੀਆਂ ਜਾਂ ਇਤਿਹਾਸਕ ਜਾਂ ਕੁਛ ਘਟਨਾਵਾਂ ਨੂੰ ਉਹ ਕਿਤਾਬਾਂ ਦੇ ਵਿੱਚ, ਨਾਵਲਾਂ ਦੇ ਵਿੱਚ, ਕਵਿਤਾਵਾਂ ਦੇ ਵਿੱਚ ਜਿਹੜਾ ਉਹ ਜ਼ਿਕਰ ਕਰਕੇ ਸਾਂਭਿਆ ਜਾਂਦਾ ਸੀ। ਅਸੀਂ ਪੁਰਾਤਨ ਕਿਸੇ ਘਟਨਾ ਦਾ ਜਾਂ ਕਿਸੇ ਵੀ ਰਾਜੇ ਮਹਾਰਾਜੇ ਦਾ ਜਾਂ ਪੰਜਾਬ ਦੇ ਇਤਿਹਾਸ ਦੀ ਕੁਝ ਜਾਣਕਾਰੀ ਲੈਣੀ ਹੋਵੇ ਤਾਂ ਅਸੀਂ ਪੁਰਾਣੀਆਂ ਕਿਤਾਬਾਂ ਕੱਢਦੇ ਹਾਂ। ਜੇ ਤੇ ਉਹ ਪੰਜਾਬ ਪੱਖੀ ਹੋਊਗਾ, ਉਹ ਲੋਕ ਪੱਖੀ ਹੋਊਗਾ ਤਾਂ ਲੋਕਾਂ ਦੀ ਗੱਲ ਕਰੂਗਾ। ਔਰ ਜੇ ਕਿਤੇ ਨਾ ਕਿਤੇ ਉਹ ਕਿਸੇ ਹਕੂਮਤ ਦਾ ਜਿਹੜਾ ਹੈਗਾ ਉਹ ਜਿੱਦਾਂ ਕਹਿ ਲਓ ਵੀ ਉਹ ਹਕੂਮਤ ਦਾ ਪੱਖ ਪੂਰਦਾ ਜਾਂ ਉਹ ਕਿਸੇ ਸਰਕਾਰ ਦੇ ਪ੍ਰਭਾਵ ਹੇਠ ਆ, ਕਿਸੇ ਰਾਜੇ ਦੇ ਪ੍ਰਭਾਵ ਹੇਠ ਆ ਤਾਂ ਉਹਦਾ ਪੱਖ ਪੂਰੂਗਾ। ਤਾਂ ਉਸੇ ਤਰ੍ਹਾਂ ਜਿੱਦਾਂ ਅਸੀਂ ਹੁਣ ਕੁਛ ਅਦਾਰਿਆਂ ਨੂੰ, ਕੁਛ ਮੀਡੀਆ ਅਦਾਰਿਆਂ ਨੂੰ, ਕੁਛ ਸ਼ਖਸੀਅਤਾਂ ਨੂੰ, ਕੁਛ ਕਿਸੇ ਵੀ ਆਗੂਆਂ ਨੂੰ ਕਹਿੰਦੇ ਨੇ ਵੀ ਇਹ ਤਾਂ ਜੀ ਸਰਕਾਰ ਦਾ ਬੰਦਾ, ਇਹ ਉਹ ਬੋਲੀ ਬੋਲਦਾ ਜਿਹੜੀ ਸਰਕਾਰ ਬੋਲਦੀ ਹੈ, ਇਹ ਸਾਡਾ ਵਿਰੋਧੀ ਆ। ਤਾਂ ਉਸ ਤਰ੍ਹਾਂ ਸਾਹਿਤ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੇ ਹੈਗੇ ਨੇ, ਉਹਨਾਂ ਨੇ ਉਹ ਬੋਲੀ ਜਿਹੜੀ ਨਹੀਂ ਸੀ ਬੋਲਣੀ ਚਾਹੀਦੀ ਜਾਂ ਜਿਹੜੀ ਉਹ ਬੋਲੀ, ਉਹ ਘਟਨਾਵਾਂ ਉਸ ਤਰੀਕੇ ਦੇ ਸ਼ਬਦ ਵਰਤ ਕੇ ਲਿਖੇ ਗਏ ਆ ਜਿਹੜੇ ਪੰਜਾਬ ਦੇ ਜਿਹੜਾ ਕਿ ਹੱਕ ਦੇ ਵਿੱਚ ਨਹੀਂ ਬਲਕਿ ਪੰਜਾਬ ਦੇ ਬਰਖਲਾਫ ਭੁਗਤਦੇ ਆ, ਪੰਜਾਬ ਦੀਆਂ ਬਹੁਤ ਮਹਾਨ ਸ਼ਖਸੀਅਤਾਂ ਦੇ ਜਿਹੜਾ ਕਿ ਉਹ ਵਿਰੋਧ ਵਿੱਚ ਭੁਗਤਦੇ। ਤਾਂ ਇਹ ਵੀ ਜਿਹੜੀ ਆ ਪਾਠਕਾਂ ਨੂੰ, ਖਾਸ ਕਰ ਨਵੇਂ ਪਾਠਕਾਂ ਨੂੰ ਜਿਹੜੀ ਆ ਜ਼ਰੂਰ ਚੋਣ ਕਰਨ ਵੇਲੇ ਧਿਆਨ ਰੱਖਣਾ ਚਾਹੀਦਾ ਹੈ। ਤਾਂ ਅਸੀਂ ਹੋਰ ਜਿਹੜਾ ਕਿ ਇਸ ਸੰਸਥਾ ਦੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਅਮਨ ਜੀ, ਤੁਹਾਨੂੰ ਕੀ ਲੱਗਦਾ ਹੈਗਾ, ਖਾਸ ਕਰਕੇ ਹੁਣ ਆਪਾਂ ਨੌਜਵਾਨ ਆ ਤਾਂ ਜੀ ਤੇ ਹਰ ਇੱਕ ਦਾ ਕਰਦਾ ਵੀ ਮੈਂ ਵੀ ਜਿੱਦਾਂ ਲਿਖਾਂ, ਪੜ੍ਹਾਂ, ਸਾਰਾ ਕੁਛ, ਤਾਂ ਇਹਦੇ ਵਿੱਚ ਕਿਹੜੀ ਸ਼ੁਰੂਆਤ ਹੈਗੀ ਹੈ? ਖਾਸ ਕਰਕੇ ਹੁਣ ਪਹਿਲਾਂ ਨਾ ਜਿਵੇਂ ਪੜ੍ਹਾਈ ਦੇ ਵਿੱਚ ਇਹ ਚੀਜ਼ਾਂ ਸੀਗੀਆਂ, ਸਾਨੂੰ ਅਸੀਂ ਜਿਹੜੇ ਸਮੇਂ ਅਸੀਂ ਪੜ੍ਹੇ ਹਾਂ 2010, 15, 12 ਦੇ ਵਿੱਚ ਜਦੋਂ +2 ਕੀਤੀ, 11ਵੀਂ 10ਵੀਂ ਕੀਤੀ, ਉਹ ਕਲਾਸਾਂ ਦੇ ਵਿੱਚ ਹੀ ਕੁਛ ਸਾਹਿਤ ਦੀਆਂ ਚੀਜ਼ਾਂ ਸੀ ਜਿੱਦਾਂ ਖਾਸ ਕਰਕੇ ਪੰਜਾਬੀ। ਹੁਣ ਤਾਂ ਉਹ ਪੜ੍ਹਾਈ 'ਚ ਵੀ ਨਹੀਂ ਚੀਜ਼ਾਂ ਰਹੀਆਂ, ਆਉਣ ਵਾਲੇ ਸਮੇਂ 'ਚ ਗੈਪ ਹੀ ਹੋ ਜਾਣਗੇ, ਉੱਥੇ ਥੀਟਾ ਪਾਈ ਆ ਗਿਆ ਬਹੁਤਾ ਕੁਛ। ਤਾਂ ਲੱਗਦਾ ਵੀ ਜਿਹੜੇ ਪੰਜਾਬ ਦੀ ਖਾਸ ਕਰਕੇ ਹੁਣ ਪੰਜਾਬ ਦਾ ਸਾਹਿਤ ਜਾਂ ਹੁਣ ਜਿਹੜਾ ਕੁਛ ਵਾਪਰ ਰਿਹਾ ਇਹਨੂੰ ਕਵਿਤਾਵਾਂ ਦੇ ਵਿੱਚ ਸਾਂਭ ਕੇ ਰੱਖਣਾ, ਨਾਵਲਾਂ ਦੇ ਵਿੱਚ ਸਾਂਭ ਕੇ ਰੱਖਣਾ। ਪੁਰਾਣਾ ਦਾ ਕਿੱਸਾ ਸ਼ਾਹ ਮੁਹੰਮਦ ਆ, ਕਿੱਸਾ ਪੂਰਨ ਭਗਤ ਆ, ਬਾਕੀਆਂ ਦੇ ਵੀ ਆ, ਅਸੀਂ ਉਹ ਦੇਖ ਲੈਂਦੇ ਹਾਂ। ਔਰ ਜਿਹੜੇ ਹੁਣ ਵਾਲੇ ਸ਼ਾਹ ਮੁਹੰਮਦ ਨੇ, ਜਿਹੜੇ ਹੁਣ ਵਾਲੇ ਜਿਹੜੇ ਪੂਰਨ ਭਗਤ ਨੇ ਜਾਂ ਹੁਣ ਵਾਲੇ ਜਿਹੜੇ ਮੁਕੱਦਮ ਕੁੱਤੇ ਆ, ਸਭ ਕੁਛ ਉਹਨੂੰ ਪੰਜਾਬ ਦੀ ਨੌਜਵਾਨੀ ਜਾਂ ਪੰਜਾਬ ਦੇ ਜਿਹੜੇ ਸਾਡੇ ਹਮ ਉਮਰ ਆ ਉਹ ਕਿਵੇਂ ਸਾਂਭ ਸਕਦੇ ਆ, ਕਿਹੜੇ ਤਰੀਕੇ ਨਾਲ ਲਿਖਣਾ ਪੜ੍ਹਨਾ ਸ਼ੁਰੂ ਕਰਨ? ਦੇਖੋ ਜੀ, ਜਿਹੜਾ ਸਾਂਭਣ ਦਾ ਗੱਲ ਹੈਗਾ ਇਹਦਾ ਸਾਡੇ ਕੋਲ ਇੱਕ ਵਿਭਾਗ ਬਕਾਇਦਾ ਇੱਕ ਬਣਿਆ ਹੋਇਆ, ਪਰ ਉਹਦੇ 'ਚ ਸਰਕਾਰੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਹੋ ਜਾਂਦੀਆਂ ਕਿ ਉਹ ਸਾਰਾ ਕੁਝ ਨਹੀਂ ਸਾਂਭ ਸਕਦੇ। ਪਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦਾ ਇੰਟਰਸਟ ਇੱਕ ਤਰ੍ਹਾਂ ਬਿਲਡ ਹੁੰਦਾ ਜਾ ਰਿਹਾ ਲਿਟਰੇਚਰ ਵੱਲ, ਉਹ ਲਿਟਰੇਚਰ ਵੱਲ ਮੁੜ ਰਹੇ ਨੇ। ਜਿਹੜਾ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਉੱਤੇ ਅਸੀਂ ਦੇਖਿਆ ਹੈ ਕਿ ਬੁੱਕ ਫੇਅਰ ਜਾਂ ਪੁਸਤਕ ਮੇਲੇ ਨੇ ਉਹ ਪੰਜਾਬ ਦੇ ਵਿੱਚ ਲੱਗ ਰਹੇ ਨੇ, ਉਹਦੇ 'ਚੋਂ ਇੰਟਰਸਟ ਪੈਦਾ ਹੋਇਆ, ਕਿਤਾਬਾਂ ਵੱਲ ਵਾਪਸ ਆ ਰਹੇ ਨੇ। ਉਹਨਾਂ ਕਿਤਾਬਾਂ ਨੇ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਦਿੱਤੀ ਹੈਗੀ ਹੈ ਲਿਟਰੇਚਰ ਨੂੰ। ਉਸ ਲਿਟਰੇਚਰ ਦੇ ਵਿੱਚ ਅਸੀਂ ਆਪਣੇ ਜਿਹੜਾ ਪੁਰਾਤਨ ਹੈਗਾ ਵਿਰਸਾ ਹੈਗਾ ਜਾਂ ਸਾਡੇ ਨਾਲ ਜਿਹੜਾ ਕੁਛ ਘਟਨਾਵਾਂ ਵਾਪਰੀਆਂ ਨੇ, ਜਿਹੜੀਆਂ ਸਾਡੀਆਂ ਮੂਵਮੈਂਟਸ ਚੱਲੀਆਂ ਨੇ, ਉਹਨਾਂ ਬਾਰੇ ਜਿਹੜੀ ਇੱਕ ਪੈਤਲੀ ਜੀ ਸਮਝ ਸੀ ਨਾ, ਉਹਨੂੰ ਤੋੜ ਕੇ ਇੱਕ ਵਿਸਥਾਰ ਦਿੱਤਾ ਸਮਝ ਨੂੰ। ਉਸ ਸਮਝ ਦੇ ਵਿੱਚ ਅਸੀਂ ਸੱਚ ਦਾ ਝੂਠ ਦਾ ਨਿਤਾਰਾ ਕਰ ਰਹੇ ਹਾਂ। ਉਹ ਸਾਰੀਆਂ ਚੀਜ਼ਾਂ ਨੂੰ ਨੌਜਵਾਨਾਂ ਨੇ ਅਪਣਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਚੱਲ ਰਿਹਾ। ਉਹਦੇ ਲਈ ਜ਼ਰੂਰ ਹੁੰਦਾ ਹੈ ਕਿ ਤੁਸੀਂ ਕਿਸੇ ਫੀਲਡ ਵਿੱਚ ਕੰਮ ਕਰਨਾ ਹੈਗਾ, ਉਹਦੇ ਬਾਰੇ ਜਾਣਕਾਰੀ ਹੋਵੇ। ਹੁਣ ਅਸੀਂ ਕਿਸੇ ਕਿਤਾਬ ਨੂੰ ਪੜ੍ਹਨਾ ਜਾਂ ਲਿਖਣਾ ਹੈਗਾ, ਘੱਟੋ ਘੱਟ ਸਾਡੀ ਸਮਝ ਪੈਦਾ ਕਰਨ ਵਾਸਤੇ ਕੋਈ ਚੀਜ਼ ਤਾਂ ਹੋਣੀ ਜ਼ਰੂਰੀ ਹੈ ਨਾ। ਉਹਦੇ ਲਈ ਹੈ ਕਿ ਅਸੀਂ ਪਹਿਲਾਂ ਪੜ੍ਹੀਏ, ਅਸੀਂ ਪਹਿਲਾਂ ਪਾਠਕ ਬਣੀਏ, ਫਿਰ ਅਸੀਂ ਲਿਖਾਰੀ ਵੱਲ ਹੋਈਏ। ਮੈਨੂੰ ਇੱਕ ਪੰਨੂ ਸਾਹਿਬ ਦੀ ਗੱਲ ਬਹੁਤ ਯਾਦ ਆਉਂਦੀ ਹੁੰਦੀ ਆ। ਉਹ ਕਹਿੰਦੇ ਵੀ ਅਸੀਂ ਇੱਕ ਜਨਮ ਪੜ੍ਹਾਂਗੇ ਤਾਂ ਅਗਲੇ ਜਨਮ ਤੱਕ ਤਾਂ ਲਿਖਣ ਜੋਗੇ ਹੋਵਾਂਗੇ। ਇਸੇ ਤਰੀਕੇ ਨਾਲ ਅਸੀਂ ਲਿਟਰੇਚਰ ਨੂੰ ਪੈਦਾ ਕੀਤਾ ਗਿਆ, ਜਿਹੜਾ ਲਿਟਰੇਚਰ ਉਸ ਤੋਂ ਪੜ੍ਹ ਕੇ ਇੱਕ ਸਮਝ ਪੈਦਾ ਕਰ ਸਕਦੇ ਹਾਂ। ਉਹ ਸਮਝ ਇਕੱਲੀ ਜ਼ਰੂਰੀ ਨਹੀਂ ਹੈਗੀ ਕਿ ਨਾਵਲ ਦੀ ਸਮਝ ਨਾਵਲ ਤੱਕ ਹੀ ਸੀਮਿਤ ਰਹੂਗੀ, ਉਹ ਨਾਵਲ ਦੀ ਸਮਝ ਇੱਕ ਵਿਸਥਾਰ ਦਊਗੀ। ਮੈਂ ਪਿੱਛੇ ਜੇ ਗੱਲ ਕਰ ਰਿਹਾ ਸੀ, ਨਾਵਲ ਜਿਹੜੇ ਨੇ ਉਹ 84 ਦੇ ਨਾਲ ਸੰਬੰਧਿਤ ਨਾਵਲ ਆਏ ਨੇ ਜਾਂ ਹੋਰ ਮੂਵਮੈਂਟਸ ਦੇ ਨਾਲ ਸੰਬੰਧਿਤ ਨਾਵਲ ਆਏ ਨੇ। ਉਹਨਾਂ ਦੀ ਕਹਾਣੀ ਸਿਰਫ ਕੋਈ ਬਿਰਤਾਂਤ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਝੂਠ ਫਰੇਬ ਨਹੀਂ ਹੈਗਾ, ਉਹਦੇ 'ਚ ਬਰੀਕੀਆਂ ਵੀ ਨੇ ਨਾਵਲ ਦੀਆਂ। ਜਾਂ ਸਾਡੇ ਕੋਲ ਵਰਲਡ ਦਾ ਲਿਟਰੇਚਰ ਪਿਆ ਹੈਗਾ, ਵਰਲਡ ਦੀਆਂ ਮੂਵਮੈਂਟਸ ਦਾ ਲਿਟਰੇਚਰ ਪਿਆ ਹੈਗਾ, ਉਹ ਸਾਨੂੰ ਇੱਕ ਦਿਸ਼ਾ ਦਿੰਦਾ ਹੈਗਾ। ਅਸੀਂ ਜੇ ਇਹਨਾਂ ਚੀਜ਼ਾਂ ਵੱਲ ਤੁਰਨਾ ਤਾਂ ਸਾਨੂੰ ਘੱਟੋ ਘੱਟ ਕਿਤਾਬ ਸੱਭਿਆਚਾਰ ਨਾਲ ਜੁੜਨਾ ਬਹੁਤ ਜ਼ਰੂਰੀ ਆ।
ਕੋਈ ਸ਼ੱਕ ਨਹੀਂ ਸੋਸ਼ਲ ਮੀਡੀਆ ਆਇਆ, ਸੋਸ਼ਲ ਮੀਡੀਆ ਨੇ ਨਵੇਂ ਸਾਨੂੰ ਇੱਕ ਦਿਸ਼ਾ ਦਿੱਤੀ ਹੈਗੀ ਆ। ਸੋਸ਼ਲ ਮੀਡੀਆ ਤੋਂ ਸਾਨੂੰ ਕਈ ਨਵੀਆਂ ਗੱਲਾਂ ਪਤਾ ਵੀ ਲੱਗੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਿੱਖ ਇਤਿਹਾਸ ਨਾਲ ਛੇੜਛਾੜ ਹੋਈ ਹੈ ਨਾਵਲਾਂ ਦੇ ਵਿੱਚ, ਉਹਦੇ ਬਾਰੇ ਅਸੀਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਕੀਤੀ ਹੈ ਅਤੇ ਸਾਡੇ ਕੋਲ ਸਪਸ਼ਟ ਉੱਤਰ ਸੀਗੇ ਜਿਹੜੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਨਕਾਰਦੇ ਸੀ ਉਹੋ ਜਿਹੀਆਂ ਰਚਨਾਵਾਂ ਨੂੰ। ਸੋ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਇੱਕ ਆਪਦੀ ਇੰਟਰਸਟ ਪੈਦਾ ਕਰਕੇ, ਸਾਡੀ ਦਿਲਚਸਪੀ ਪੈਦਾ ਕਰਕੇ ਕਿਤਾਬਾਂ ਦੇ ਵਿੱਚ ਅਸੀਂ ਵਿਸ਼ੇ ਪ੍ਰਤੀ ਸੁਚੇਤ ਹੋ ਕੇ ਉੱਧਰ ਨੂੰ ਜਾਈਏ, ਕਿਤਾਬ ਸੱਭਿਆਚਾਰ ਨਾਲ ਜੁੜੀਏ, ਤਾਂ ਇਹ ਸਭ ਕੁਝ ਸੰਭਵ ਹੈਗਾ। ਇਸ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸਾਡੇ ਵਿੱਚ ਕਪੈਸਿਟੀ ਹੈਗੀ ਆ। ਅਸੀਂ ਕੁਛ ਸਾਰਾ ਕੁਛ ਨੌਜਵਾਨ ਜਿਹੜੇ ਨੇ ਉਹ ਕਰ ਸਕਦੇ ਨੇ ਅਤੇ ਕਰ ਵੀ ਰਹੇ ਨੇ। ਇਹ ਇਸ ਤਰੀਕੇ ਨਾਲ ਅਸੀਂ ਇਹੀ ਸੋਚ ਕੇ ਵੀ ਸਾਡੀ ਆਲਮੀ ਫਾਊਂਡੇਸ਼ਨ ਜਿਹੜੀ ਹੈਗੀ ਆ, ਇਹਦਾ ਵੀ ਇੱਕ ਟੀਚਾ ਇਹੀ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਪੁਰਾਤਨ ਜਿਹੜੀਆਂ ਨੇ ਜਾਂ ਜਿਹੜੇ ਸਾਡੇ ਤੋਂ ਵਿਸਰ ਰਹੀਆਂ ਨੇ, ਜਾਂ ਕਈ ਅਜਿਹੀਆਂ ਲਿਖਤਾਂ ਨੇ ਜਿਹੜੀਆਂ ਹੁਣ ਲਿਖਤ ਵਿੱਚ ਨਹੀਂ ਹੈਗੀਆਂ, ਆਊਟ ਆਫ ਸਟਾਕ ਹੋ ਚੁੱਕੀਆਂ ਨੇ ਜਾਂ ਆਊਟ ਆਫ ਪ੍ਰਿੰਟ ਹੋ ਚੁੱਕੀਆਂ ਨੇ, ਉਹਨਾਂ ਨੂੰ ਦੁਬਾਰਾ ਅਸੀਂ ਲੈ ਕੇ ਆਈਏ ਜਿਹੜੀਆਂ ਪੁਰਾਤਨ ਨੇ, ਤਾਂ ਕਿ ਸਾਡਾ ਜਿਹੜਾ ਵਿਰਸਾ ਵੀ ਸਾਂਭਿਆ ਜਾਵੇ, ਇੱਕ ਪੰਜਾਬੀ ਕਲਚਰ ਨਾਲ ਵੀ ਅਸੀਂ ਜੁੜ ਸਕੀਏ ਅਤੇ ਇਸ ਸਾਰੇ ਵਰਤਾਰੇ ਨੂੰ ਸਮਝ ਕੇ ਇੱਕ ਨਵੀਂ ਦਿਸ਼ਾ ਵੱਲ ਤੁਰ ਸਕੀਏ। ਬਿਲਕੁਲ। ਤਾਂ ਇਹ ਨੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਜਿਹੜੇ ਕਿ ਸਾਰੇ ਮੈਂਬਰ ਬਾਬਾ ਫਰੀਦ ਸਾਹਿਬ ਦੇ ਮੇਲੇ 'ਤੇ ਹਰ ਸਾਲ ਕੁਝ ਚੋਣਵੀਆਂ ਕਵਿਤਾਵਾਂ ਨੂੰ, ਕੁਝ ਜਿਹੜਾ ਕਿ ਕਵਿਤਾਵਾਂ ਦੀਆਂ ਕਿਤਾਬਾਂ ਔਰ ਨਾਵਲ ਜਿਹੜੇ ਹੈਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਹਾਲਾਤ ਸਮੇਂ ਮੁਤਾਬਕ ਸੀਨੇ ਬਸੀਨੇ ਘਟਣ ਵਾਲੀਆਂ ਘਟਨਾਵਾਂ ਨੂੰ ਮੌਕੇ ਦੇ ਜਿਹੜੇ ਨੇ ਕਵੀ, ਮੌਕੇ ਦੇ ਜਿਹੜੇ ਲੇਖਕ ਉਹ ਉਹਨੂੰ ਲਿਖਦੇ ਆ, ਇਤਿਹਾਸ ਸਾਂਭਦੇ ਆ। ਪੰਜਾਬ ਦਾ ਇਤਿਹਾਸ ਹੈ, ਇਸ ਮੁਲਕ ਦਾ ਇਤਿਹਾਸ ਹੈ, ਦੁਨੀਆ ਦਾ ਇਤਿਹਾਸ ਆ, ਔਰ ਇਹਦੀ ਚੋਣ ਕਰਨੀ, ਇਹਦਾ ਜਿਹੜੇ ਕਿ ਵਿਚਰਨ ਵਾਲੇ ਜਿਹੜੇ ਕੁਝ ਕਵੀ ਨੇ ਜਿਹੜੇ ਆਪਣੇ ਆਪ ਨੂੰ ਇਸ ਚੀਜ਼ ਦੇ ਵਿੱਚ ਰੁਚੀ ਰੱਖਦੇ ਆ, ਉਹਨਾਂ ਦਾ ਫਰਜ਼ ਬਣਦਾ ਹੁੰਦਾ। ਅੱਜ ਜੋ ਵਾਪਰ ਰਿਹਾ, ਅੱਜ ਜੋ ਸਾਡੇ ਆਸ-ਪਾਸ ਹੋ ਰਿਹਾ, ਉਹ ਸਭ ਕੁਝ ਨੂੰ ਵੀ ਹੁਣ ਇਤਿਹਾਸ ਜਿਹੜਾ ਉਹ ਦੇਖ ਰਿਹਾ ਔਰ ਇਤਿਹਾਸਕਾਰ ਲਿਖ ਵੀ ਰਹੇ ਨੇ। ਤਾਂ ਅਸੀਂ ਆਸ ਕਰਦੇ ਹਾਂ ਪੰਜਾਬ ਦੀ ਨੌਜਵਾਨੀ ਚੰਗਾ ਸਾਹਿਤ ਪੜ੍ਹੇਗੀ, ਉਸਾਰੂ ਸਾਹਿਤ ਪੜ੍ਹੇਗੀ ਔਰ ਆਉਣ ਵਾਲਾ ਸਮਾਂ ਜਿਹੜਾ ਦੇਸ਼ ਪੰਜਾਬ ਦਾ ਸੁਹਾਵਣਾ ਹੋਵੇਗਾ। ਬਹੁਤ ਬਹੁਤ ਸ਼ੁਕਰੀਆ। ਦੇਖਦੇ ਰਹੋ KTV UK।